ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਹੇ ਰਬ ਹੇ ਸੱਸ ਹੇ ਕਰਨਾ ਨਿਧ, ਮੇਰੀ ਅਬੈ ਬਿਨਤੀ ਸੁਨ ਲੀਜੈ। ਔਰ ਨ ਮੰਗਤ ਹਾਂ ਤੁਮ ਤੇ ਕਛ, ਚਾਹਤ ਹਾਂ ਚਿਤ ਮੈਂ ਸੋਈ ਕੀਜੈ। ਸ਼ਸਤਰ ਸਿਉ ਅਤ ਹੀਰਨ ਭੀਤਰ, ਜੂਝ ਮਰੋ ਤਉ ਸਾਚ ਭਤੀਜੈ। ਸੰਤ ਸਹਾਏ ਸਦਾ ਜਗ ਮਾਹੇ, ਕਿਰਪਾ ਕਰ ਸਿਆਮ ਇਹ ਬਰ ਦੀਜੈ। ਐਸੀ ਲਾਲ ਤੁਝ ਬਿਨ ਕੌਣ ਕਰੈ, ਲਾਲ ਤੁਝ ਬਿਨ ਕੌਣ ਕਰੈ। ਐਸੀ ਲਾਲ ਤੁਧ ਬਿਨ ਕੌਣ, ਐਸੀ ਲਾਲ ਤੁਧ ਬਿਨ ਕੌਣ ਕਰੈ। ਤੁਧ ਬਿਨ ਕੌਣ ਕਰੈ, ਤੁਧ ਬਿਨ ਕੌਣ ਕਰੈ, ਕੌਣ ਕਰੈ ਤੁਧ ਬਿਨ ਕੌਣ ਕਰੈ। ਤੁਧ ਬਿਨ ਕੌਣ ਕਰੈ, ਕੌਣ ਤੁਧ ਬਿਨ ਕੌਣ ਕਰੈ, ਕੌਣ ਕਰੈ। ਐਸੀ ਲਾਲ ਤੁਧ ਬਿਨ ਕੌਣ, ਐਸੀ ਲਾਲ ਤੁਧ ਬਿਨ ਕੌਣ ਕਰੈ। ਐਸੀ ਲਾਲ ਤੁਧ ਬਿਨ ਕੌਣ ਕਰੈ, ਗਰੀਬ ਨਵਾਜ ਗੁਸਾਈਆਂ
ਮੇਰੇ ਮਾਥੈ ਛਤਰ ਧਰੈ, ਜਾਂ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਧਰੈ। ਨੀਚੋ ਉੱਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ। ਨਾਮਦੇਵ ਕਬੀਰ ਤਿਲੋਚਨ, ਸਦਨਾ ਸੈਨ ਤਰੈ। ਕਹਿ ਰਵਿਦਾਸ ਸੁਨੋ ਰੇ ਸੰਤ ਹੋ, ਹਰ ਜੀਉ ਤੇ ਸਭੈ ਸਰੈ। ਨੀਚੋ ਉੱਚ ਕਰੇ ਮੇਰਾ ਗੋਬਿੰਦ, ਨੀਚੋ ਉੱਚ ਕਰੇ ਮੇਰਾ ਗੋਬਿੰਦ। ਕਾਹੂ ਤੇ ਨਾ ਡਰੈ, ਕਾਹੂ ਤੇ ਨਾ ਡਰੈ, ਕਾਹੂ ਤੇ ਨਾ ਡਰੈ, ਕਾਹੂ ਤੇ ਨਾ ਡਰੈ। ਕਾਹੂ ਤੇ ਨਾ ਡਰੈ, ਕਾਹੂ ਤੇ ਨਾ। ਨੀਚੋ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨੀਚੋ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ। ਨੀਚੋ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਕਾਹੂ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਦੁਨੀਆ ਦੇ ਧੰਦਿਆਂ ਨੂੰ ਪਿਛਾਂ ਛੱਡ ਕੇ ਜਿਸ ਕੰਮ ਵਾਸਤੇ ਮਨੁੱਖਾ ਜਨਮ ਮਿਲਿਆ ਹੈ, ਉਸ ਫਰਜ਼ ਨੂੰ ਪਛਾਣਦੇ ਹੋਏ ਦੂਰੋਂ ਨੇੜਿਓਂ ਚੱਲ ਕੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਗੁਰੂਆਂ ਦਾ ਗੁਰੂ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਤੁਰਕੀ ਬਾਣੀ ਰੱਬੀ ਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਕੀਮਤੀ ਬਣਾ ਰਹੇ ਹਾਂ। ਬਾਕੀ ਜੋ ਸਮਾਂ ਰਹਿੰਦਾ ਹੈ ਉਹਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਅਤੇ ਸੁਣ ਕੇ ਆਪਾਂ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾਉਣਾ ਹੈ।
जितनी संगत गुरु चरना विच सजी बैठी है, सारे ही अपनी रसना पवित्र करो। गज वज के फतेह बुलाओ जी। वाहिगुरु जी का खालसा, वाहिगुरु जी की फतेह। गुरु रूप गुरु खालसा साध संगत जी, बमना नगर दी संगत नूं भावें 5 दीवान मिले सन, पर 4 दीवान संगतां नूं मिले हन। अज दूसरा दीवान संगतां गुरु दे चरनां विच बैठ के सरवण कर रहीआं हन। ਇਹ ਦੀਵਾਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਨ। ਆਪਾਂ ਇਹਨਾਂ ਦੀਵਾਨਾਂ ਵਿੱਚ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਵਿਚਾਰ ਕਰਨੀ ਹੈ। ਦੁਨੀਆ ਵਿੱਚ ਰਹਿਬਰ ਬੜੇ ਹੋਏ ਨੇ, ਪਕੰਬਰ ਬੜੇ ਹੋਏ ਨੇ, ਅਵਤਾਰ ਬੜੇ ਹੋਏ ਨੇ, ਗੁਰੂ ਬੜੇ ਹੋਏ ਨੇ। ਉਹਨਾਂ ਦੇ ਇਤਿਹਾਸ, ਉਹਨਾਂ ਦੀਆਂ ਜੀਵਨੀਆਂ ਵੀ ਲਿਖੀਆਂ ਹੋਈਆਂ ਨੇ। ਪਰ ਦੁਨੀਆ ਵਿੱਚ ਇੱਕੋ ਹੀ ਗੁਰੂ ਹੋਇਆ ਜਿਹਨੇ ਆਪਣੀ ਜੀਵਨੀ ਆਪਣੀ ਕਲਮ ਨਾਲ ਲਿਖੀ ਹੈ। ਆਪਣੀ ਆਟੋਬਾਇਓਗ੍ਰਾਫੀ ਆਪਣੀ ਕਲਮ ਨਾਲ ਲਿਖੀ ਹੈ। ਇਤਿਹਾਸ ਸਾਰਿਆਂ ਦਾ ਹੀ ਲਿਖਿਆ ਹੈ। ਭਗਵਾਨ ਰਾਮ ਚੰਦਰ ਜੀ ਦਾ ਪੜ੍ਹੋ, ਰਮਾਇਣ ਜਿਹੜੀ ਲਿਖੀ ਹੈ ਉਹਨਾਂ ਦਾ ਜੀਵਨ ਹੀ ਹੈ, ਉਹਨਾਂ ਦਾ ਇਤਿਹਾਸ ਹੀ ਹੈ। ਪਰ ਇਹ ਰਾਮ ਚੰਦਰ ਜੀ ਨੇ ਨਹੀਂ ਲਿਖੀ ਹੈ। ਕਈ ਰਮਾਇਣਾਂ ਨੇ, ਵਾਲਮੀਕੀ ਰਮਾਇਣ ਹੈ, ਤੁਲਸੀਦਾਸ ਜੀ ਦੀ ਰਮਾਇਣ ਹੈ, ਹੋਰ ਵੀ ਕਈ ਰਮਾਇਣਾਂ ਨੇ। ਕ੍ਰਿਸ਼ਨ ਭਗਵਾਨ ਨੇ ਦੁਆਪਰ ਦੇ ਵਿੱਚ 17 ਅਧਿਆਏ ਦੀ ਗੀਤਾ ਉਚਾਰਨ ਕੀਤੀ। ਜਿਹੜੇ ਲੋਕ ਕਹਿੰਦੇ ਨੇ ਕਿ ਗੀਤਾ ਦੇ ਵਿੱਚ ਸ਼ਾਂਤੀ ਦਾ ਉਪਦੇਸ਼ ਹੈ, ਉਹਨੂੰ ਪੁੱਛਿਆ ਜੀ ਵੀ ਗੀਤਾ ਉਚਾਰੀ ਕਿੱਥੇ ਸੀ? ਕ੍ਰਿਸ਼ਨ ਭਗਵਾਨ ਜੀ ਨੇ ਗੀਤਾ ਉਚਾਰੀ ਕਿੱਥੇ ਹੈ? ਮਹਾਭਾਰਤ ਦੇ ਮੈਦਾਨੇ ਜੰਗ ਵਿੱਚ, ਜਦੋਂ ਜੰਗ ਹੋ ਰਿਹਾ ਸੀ ਮਹਾਭਾਰਤ ਦਾ, ਤੇ ਅਰਜਨ ਨੇ ਬਾਣ ਰੱਖ ਦਿੱਤਾ ਸੀ। ਕਹਿੰਦਾ ਭਗਵਾਨ ਮੈਂ ਜੰਗ ਨਹੀਂ ਕਰਨਾ। ਉਹ ਅੱਗੇ ਮੇਰਾ ਦਾਦਾ ਭੀਸ਼ਮ ਪਿਤਾਮਾ ਖੜਾ ਹੈ, ਮੇਰਾ ਗੁਰੂ ਸ਼ੰਕਰਾ ਦਰੋਣਾਚਾਰੀਆ ਖੜਾ ਹੈ, ਸ਼ੰਕਰਾਚਾਰੀਆ ਖੜਾ ਹੈ, ਮੇਰੇ ਚਾਚੇ ਤਾਏ ਦੇ ਪੁੱਤਰ ਖੜੇ ਨੇ, ਮਾਮੇ ਦੇ ਪੁੱਤਰ ਖੜੇ ਨੇ, ਮੈਂ ਉਹਨਾਂ ਨੂੰ ਮਾਰ ਕੇ ਰਾਜ ਕਰਨਾ, ਮੈਂ ਜੰਗ ਨਹੀਂ ਕਰਨਾ ਹੈ। ਫਿਰ ਕ੍ਰਿਸ਼ਨ ਭਗਵਾਨ ਨੇ ਗੀਤਾ ਸੁਣਾ ਕੇ ਉਹਨੂੰ ਧਨਕ ਚੁਕਾਇਆ ਸੀ। ਗੀਤਾ ਸੁਣ ਕੇ ਤਾਂ ਉਹਨੇ ਧਨਕ ਬਣ ਚੱਕ ਲਿਆ ਸੀ ਅਰਜਨ ਨੇ। ਫਿਰ ਸ਼ਾਂਤੀ ਦਾ ਉਪਦੇਸ਼ ਹੈ ਨਾ ਉਹਦੇ 'ਚ। ਪਰ ਉਹ ਗੀਤਾ ਕ੍ਰਿਸ਼ਨ ਭਗਵਾਨ ਜੀ ਨੇ ਲਿਖੀ ਨਹੀਂ ਸੀ ਆਪ, ਮਗਰੋਂ ਪੈਰੋਕਾਰਾਂ ਨੇ ਉਹ ਗੀਤਾ ਲਿਖੀ ਸੀ। ਈਸਾ ਮਸੀਹ ਨੇ ਬਾਈਬਲ ਉਚਾਰਨ ਜ਼ਰੂਰ ਕੀਤਾ ਪਰ ਲਿਖਿਆ ਨਹੀਂ ਹੈ। ਈਸਾ ਮਸੀਹ ਜੀ ਨੇ, ਉਹਨਾਂ ਦੇ ਸਮੇਂ ਲਿਖਿਆ ਹੀ ਨਹੀਂ ਗਿਆ। ਇਸ ਕਰਕੇ ਕਈ ਬਾਈਬਲਾਂ ਬਣ ਗਈਆਂ। ਗੁਰੂ ਨਾਨਕ ਦੇਵ ਮਹਾਰਾਜ ਜਿਹੜਾ ਵੀ ਸ਼ਬਦ ਉਚਾਰਦੇ ਨੇ, ਬਾਣੀ ਉਚਾਰਦੇ ਨੇ, ਉਸੇ ਵੇਲੇ ਲਿਖਾ ਲੈਂਦੇ ਆ। ਪੋਥੀ ਨਾਲ ਹੀ ਹੁੰਦੀ ਹੈ ਮਹਾਰਾਜ ਦੀ। ਜਦੋਂ ਮੱਕੇ 'ਚ ਗਏ ਉਦੋਂ ਵੀ ਮਹਾਰਾਜ ਦੇ ਕੱਛ ਵਿੱਚ ਕਿਤਾਬ ਸੀ ਨਾ। ਫਿਰ 5ਵੇਂ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਾਈ ਕੋਲ ਬੈਠ ਕੇ ਭਾਈ ਗੁਰਦਾਸ ਜੀ ਤੋਂ।
ਫਿਰ ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ ਬਾਣੀ ਉਚਾਰਦੇ ਨੇ, ਭਾਈ ਮਨੀ ਸਿੰਘ ਲਿਖਦੇ ਨੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਹੈ ਤੇ ਲਗਾ ਮਾਤਰਾ ਦਾ ਫਰਕ ਨਹੀਂ ਪੈ ਸਕਦਾ ਕਦੀ ਵੀ। ਪਰ ਇੱਕ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਹੜੇ ਆਪਣੀ ਕਲਮ ਨਾਲ ਆਪਣਾ ਜੀਵਨ ਲਿਖਦੇ ਆ, ਆਪਣਾ ਇਤਿਹਾਸ ਆਪਣੀ ਕਲਮ ਨਾਲ ਲਿਖਦੇ ਆ। ਸਾਰੇ ਸ਼ਬਦ ਵਿੱਚ ਬੋਲਿਆ ਕਰੋ, ਆਪਾਂ ਕੰਮ ਛੱਡ ਕੇ ਆਏ ਹਾਂ, ਪੈਂਡਾ ਕਰਕੇ ਆਏ ਹਾਂ। ਸਾਡਾ ਇੱਥੇ ਆਉਣ ਦਾ ਪ੍ਰਯੋਜਨ ਕੀ ਹੈ? ਆਇਓ ਪੜ੍ਹਨ ਸੁਣਨ ਕੋ ਬਾਣੀ। ਹੋਰ ਕੋਈ ਸਾਡਾ ਪ੍ਰਯੋਜਨ ਨਹੀਂ ਇੱਥੇ ਆਉਣ ਦਾ, ਹੋਰ ਕੋਈ ਸਾਡਾ ਇੱਥੇ ਮਕਸਦ ਨਹੀਂ ਹੈ। ਪੜ੍ਹਨ ਵਾਸਤੇ ਵੀ ਆਏ ਹਾਂ ਤੇ ਸੁਣਨ ਵਾਸਤੇ ਵੀ ਆਏ ਹਾਂ। ਪੜ੍ਹਨਾ ਜ਼ਬਾਨ ਦਾ ਕੰਮ ਹੈ ਤੇ ਸੁਣਨਾ ਕੰਨਾਂ ਦਾ ਕੰਮ ਹੈ। ਤੁਸੀਂ ਖੇਤੀ ਕਰਨ ਵਾਲੇ ਜ਼ਿਆਦਾ ਬੈਠੇ ਹੋ। ਜੇ ਕਣਕ ਵੱਢ ਕੇ ਆਪਾਂ ਵਾਹਣ ਖਾਲੀ ਛੱਡ ਦਈਏ, ਫਿਰ ਕਣਕ ਹੀ ਬੀਜਾਂਗੇ 6 ਮਹੀਨਿਆਂ, ਫਿਰ ਤਾਂ ਅੱਧਾ ਹੀ ਲਾਭ ਹੋਣਾ ਹੈ। ਪਰ ਆਪਾਂ ਤਾਂ ਸਾਹ ਨਹੀਂ ਲੈਣ ਦਿੰਦੇ। ਕਣਕ ਵੱਢਣ ਤੋਂ ਬਦੀ ਜਦੀ ਟਾਂਡੀ ਤਿਆਰ ਹੁੰਦੀ ਹੈ, ਫਿਰ ਜੀਰੀ ਲਾ ਲਾਂਗੇ, ਕੋਈ ਗੱਲ ਨਹੀਂ ਨਾ ਛੱਡਦੇ ਵੇਲੇ। ਜੇ ਇੱਥੇ ਬਹਿ ਕੇ ਚੁੱਪ ਕੀ ਕਰਕੇ ਬੈਠੇ ਰਹੇ, ਸ਼ਬਦ ਵਿੱਚ ਨਾ ਬੋਲੇ ਤੇ ਸੁਣੀ ਗਏ, ਫਿਰ ਅੱਧਾ ਕੁ ਲਾਭ ਹੀ ਮਿਲੇਗਾ। ਬਾਣੀ ਪੜ੍ਹਨੀ ਵੀ ਹੈ ਤੇ ਸੁਣਨੀ ਵੀ ਹੈ, ਤਾਂ ਹੀ ਆਪਣੀ ਜ਼ਬਾਨ ਪਵਿੱਤਰ ਹੋਣੀ ਹੈ, ਸਫਲੀ ਹੋਣੀ ਹੈ। ਸਾਰੇ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਦੇ ਰਿਹਾ ਕਰੋ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀ ਮੁਕੱਦਸ ਕਲਮ ਦੇ ਨਾਲ ਆਪਣਾ ਜੀਵਨ, ਆਪਣਾ ਇਤਿਹਾਸ ਆਪ ਲਿਖਿਆ ਹੈ। ਅਬ ਮੈਂ ਆਪਣੀ ਕਥਾ ਬਖਾਨੋ, ਅਬ ਮੈਂ ਆਪਣੀ ਕਥਾ ਬਖਾਨੋ। ਤਪ ਸਾਧਤ ਜਹ ਬਿਦ ਮੁਹਿਆਨੋ, ਤਪ ਸਾਧਤ ਜੇ ਬਿਦ ਮੁਹਿਆਨੋ। अब मैं अपनी कथा बखानो, अब मैं अपनी कथा बखानो। अब मैं अपनी कथा बखानो, मैं अपने जीवन की कथा आप बख्यान करदा। तप साधत देह विद मोहिया, जिवें असी तप साधना करते रहे। हेमकुंट पर्वत है जहां, हेम कहंदे ने बर्फ नूं, कुंट घर नूं। जिथे बर्फ का घर है, जिथे 12 महीने बर्फ जमी रहिंदी है। जिन्हां ने अपने च दर्शन कीते उस स्थान दे, उत्थे 12 महीने बर्फ जमी रहिंदी है। वो बर्फ के घर विच जिथे कोई थोड़ा चिर भी नहीं रह सकता, हेमकुंट पर्वत है जहां। फिर निशानियां दसदे ने, सप्त श्रृंग शोभत है तहां। जिथे 7 चोटियां वाला पर्वत है, उहदे आले दुआले
ਉਹ 7 ਚੋਟੀਆਂ ਤੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ, ਜਿਹੜੀਆਂ ਨਿਸ਼ਾਨੀਆਂ ਦੱਸੀਆਂ ਨਾ ਗੁਰੂ ਮਹਾਰਾਜ ਨੇ। ਸਬਤ ਸ੍ਰਿੰਗ ਸੋਭਤ ਹੈ ਤਾ, ਸਬਤ ਸ੍ਰਿੰਗ ਜੇ ਨਾਮ ਕਹਾਵਾ, ਪੰਡ ਰਾਜ ਜੈ ਜੋਗ ਕਮਾਵਾ। ਤੈ ਹਮ ਅਦਕ ਤਪੱਸਿਆ ਸਾਧੀ। ਇੱਥੇ ਬੈਠ ਕੇ ਅਸੀਂ ਬੜਾ ਲੰਮਾ ਸਮਾਂ ਤਪ ਸਾਧਨਾ ਕੀਤੀ। ਕਾਹਦੀ ਤਪੱਸਿਆ ਕੀਤੀ ਹੈ? ਮਹਾਕਾਲ। ਜਿਹੜੇ ਲੋਕੀ ਭੁਲੇਖਾ ਜਿਹਾ ਪਾਉਂਦੇ ਨੇ, ਕਾਲਕਾਂ ਦੀ ਆਰਾਧਨਾ ਕੀਤੀ ਹੈ। ਪਹਿਲਾਂ ਹੀ ਮਹਾਕਾਲ ਕਹਿਤਾ ਮਹਾਰਾਜ। ਉਹਨੇ ਪਤਾ ਨਹੀਂ ਕਿੰਨੀਆਂ ਕੁ ਕਾਲਕਾਂ ਪੈਦਾ ਕੀਤੀਆਂ ਹੋਣਗੀਆਂ ਮਹਾਕਾਲ ਨੇ। ਪਰ ਇਹ ਉਚਾਰਨ ਹੈ, ਜਦੋਂ ਆਪਾਂ ਉਚਾਰਦੇ ਹਾਂ ਨਾ, ਤਾਂ ਉੱਥੇ ਫਿਰ ਮਹਾਰਾਜ ਕਹਿੰਦੇ ਨੇ ਮਹਾਕਾਲ ਕਾਲ ਕਾ। ਕਾਲ ਦਾ ਕਾਰਨ ਮਹਾਕਾਲ ਹੈ ਜਿਹੜਾ। ਕਾਲ ਦਾ ਕਾਰਨ ਕਾਲ ਕਾ, ਕਾਲ ਕਾ ਨਹੀਂ, ਕਾਲ ਕਾ। ਬਸ ਆਪ ਬਾਣੀ ਪੜ੍ਹਨ ਵਿੱਚ ਤੇ ਕਿਸੇ ਤੋਂ ਪੜ੍ਹਨ ਵਿੱਚ ਇੰਨਾ ਹੀ ਫਰਕ ਹੈ ਬਸ। ਜਿਹੜੇ ਪੜ੍ਹਦੇ ਨੇ ਚੰਗੇ ਨੇ ਨਾ ਪੜ੍ਹਨ ਵਾਲਿਆਂ ਨਾਲੋਂ ਤਾਂ, ਪਰ ਜਦੋਂ ਕਿਸੇ ਤੋਂ ਪੜ੍ਹਨਗੇ ਕਿਸੇ ਗੁਰਮੁਖ, ਫੇਰ ਪਤਾ ਲੱਗੇਗਾ ਕਿ ਕਿੰਨਾ ਫਰਕ ਹੈ। ਤੁਹਾਡੇ ਘਰੇ ਛੋਟੇ ਛੋਟੇ ਬੱਚੇ ਨੇ, ਕੋਈ 3 ਸਾਲ ਦਾ ਹੁੰਦਾ, ਕੋਈ 4 ਸਾਲ ਦਾ ਹੁੰਦਾ। ਤੁਸੀਂ ਉਹਦੇ ਬੈਗ ਮੋਢਿਆਂ 'ਚ ਪਾ ਕੇ ਉਹਨੂੰ ਪੜ੍ਹਨ ਭੇਜ ਦਿੰਦੇ। ਘਰੇ ਪੜ੍ਹਾ ਦਿਆ ਕਰੋ। ਕੋਈ ਮਾਂ ਪਿਓ BA ਪੜ੍ਹਿਆ, ਕੋਈ +2 ਪੜ੍ਹਿਆ ਹੋਇਆ, ਤੇ ਆਪਣੇ ਬੱਚੇ ਨੂੰ ਸਕੂਲੇ ਭੇਜ ਰਹੇ ਹੋ ਤੁਸੀਂ। 5ਵੀਂ 7ਵੀਂ ਤੱਕ ਘਰੇ ਪੜ੍ਹਾ ਦਿਆ ਕਰੋ, ਫਿਰ ਸਕੂਲੇ ਭੇਜ ਦਿਓ ਜਦੋਂ ਵੱਡਾ ਹੋ ਜਾਊ। ਘਰੇ ਕਿਉਂ ਨਹੀਂ ਪੜ੍ਹਾਉਂਦੇ? ਤੁਹਾਨੂੰ ਪਤਾ ਜਿੰਨਾ ਚਿਰ ਸਕੂਲ 'ਚ ਨਹੀਂ ਜਾਂਦਾ, ਇਹਦੀ ਪੜ੍ਹਾਈ ਕਿਸੇ ਲੇਖੇ 'ਚ ਨਹੀਂ ਪੈਣੀ। ਜੇ ਦੁਨਿਆਵੀ ਵਿਦਿਆ ਆਪਣੇ ਆਪ ਨਹੀਂ ਨਾ ਪੜ੍ਹ ਸਕਦਾ, ਇਹ ਬ੍ਰਹਮ ਵਿਦਿਆ ਵੀ ਆਪਣੇ ਆਪ ਨਹੀਂ ਪੜ੍ਹ ਸਕਦਾ। ਇਹ ਵੀ ਕਿਸੇ ਤੋਂ ਪੜ੍ਹਨੀ ਪੈਂਦੀ ਹੈ। ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਸ਼ੁੱਧ ਪੜੋ ਗੁਰੂ ਕੇਰੀ। ਜਿਹਨੇ ਦੁਨੀਆ ਦੀ LLB PhD MPhil ਕੀਤੀ ਹੋਈ ਹੈ, ਉਹ ਜਪਜੀ ਸਾਹਿਬ ਦਾ ਪਾਠ ਸ਼ੁੱਧ ਨਹੀਂ ਕਰ ਸਕਦਾ ਜਿੰਨਾ ਚਿਰ ਉਹ ਪੜ੍ਹਦਾ ਨਹੀਂ ਕਿਸੇ ਦੇ। ਇਹ ਕਲਗੀਧਰ ਪਾਤਸ਼ਾਹ ਤੋਂ ਸਿਆਣੇ ਨਹੀਂ ਜੰਮੇ ਅੱਜ ਕੱਲ੍ਹ, ਜਿਹੜੇ 3-4 ਕਿਤਾਬਾਂ ਪੜ੍ਹ ਕੇ ਉਹਨਾਂ ਦਾ ਕੋਰਸ ਖਤਮ ਹੋ ਜਾਂਦਾ। ਇਹ ਤਾਂ ਕਈ ਜਨਮ ਪੜ੍ਹਦਾ ਰਹੇ, ਕੋਰਸ ਮੁੱਕਦਾ ਹੀ ਨਹੀਂ ਕਦੇ। ਕਈ ਜਨਮ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤਾਂ 2 ਟਕਸਾਲਾਂ ਬਣਾਈਆਂ। ਦਮਦਮੀ ਟਕਸਾਲ ਬਾਬਾ ਦੀਪ ਸਿੰਘ ਜੀ ਨੂੰ ਸੌਂਪੀ ਸੇਵਾ, ਤੇ ਅੰਮ੍ਰਿਤਸਰ ਵਾਲੀ ਟਕਸਾਲ ਦੀ ਸੇਵਾ ਭਾਈ ਮਨੀ ਸਿੰਘ ਜੀ ਨੂੰ। 2 ਟਕਸਾਲਾਂ ਬਣਾਈਆਂ ਸੀ। ਇਸ ਕਰਕੇ ਕੋਈ ਮਾਈ ਭਾਈ ਨੇ ਸੰਥਿਆ ਕਰਾਈ, ਉਹਦੇ ਤੋਂ ਕਰਾ ਕੇ ਫਿਰ ਪੜ੍ਹੋ ਪਾਠ, ਪਤਾ ਲੱਗੇਗਾ। ਜਾਂ ਬਾਬਾ ਗ੍ਰੰਥੀ ਜੀ ਤੋਂ ਸੰਥਿਆ ਕਰਾ ਲਓ, ਜੇ ਬਾਬਾ ਗ੍ਰੰਥੀ ਜੀ ਨੇ ਆਪ ਕਰਾਈ ਹੋਈ ਤਾਂ। ਥੋੜ੍ਹੇ ਨੇ ਜਿਨ੍ਹਾਂ ਨੇ ਸੰਥਿਆ ਕਰਾਈ ਹੁੰਦੀ ਹੈ, ਕਿਉਂਕਿ ਕਿਹੜਾ ਕਿਸੇ ਨੇ ਟੈਸਟ ਲੈਣਾ ਹੁੰਦਾ ਜਾਂ ਕਿਸੇ ਨੇ ਸੁਣਨਾ ਹੁੰਦਾ। ਜਦੋਂ ਸੰਥਿਆ ਕਰਾਉਂਦਾ ਉਹਨੂੰ ਘੱਟ ਤੋਂ ਘੱਟ 3.5 ਸਾਲ ਲੱਗ ਜਾਂਦੇ ਇੱਕ ਵਾਰੀ ਸੰਥਿਆ ਕਰਾਉਂਦੇ। ਜਿਹੜੇ ਪੜ੍ਹਦੇ ਨਾ ਉਸਤਾਦ ਕੋਲੋਂ 3.5 ਸਾਲ, ਫਿਰ ਇੱਕ ਸੰਥਿਆ ਹੁੰਦੀ ਹੈ। ਪਰ ਜਿੰਨਾ ਚਿਰ 2 ਸੰਥਿਆ ਨਹੀਂ ਨਾ ਕਰਾਉਂਦਾ, ਵੈਸੇ ਤਾਂ ਕਈ ਸਿੰਘ ਸੰਥਿਆ ਕਰਾਉਂਦੇ ਨੇ, ਫਿਰ ਉਹਨੂੰ ਪਤਾ ਲੱਗਦਾ ਵੀ ਪਾਠ ਉਚਾਰਨ ਕਿਵੇਂ ਹੁੰਦਾ। ਅਜੇ ਸਮਝ ਲੈਣਾ ਤਾਂ ਬੜੀ ਦੂਰ ਦੀ ਗੱਲ ਹੈ, ਬਾਣੀ ਦਾ ਉਚਾਰਨ ਹੀ ਨਹੀਂ ਆਉਂਦਾ ਹੈ। ਇਸ ਕਰਕੇ ਕਲਗੀਧਰ ਪਾਤਸ਼ਾਹ ਕਹਿੰਦੇ ਸੀ ਮਹਾਕਾਲ। ਕਾਲ ਕਾ, ਕਾਲ ਦਾ ਕਾਰਨ ਜਿਹੜਾ ਮਹਾਕਾਲ ਹੈ। ਇਹ ਜਿਹੜਾ ਟਾਈਮ ਹੈ, ਸਮਾਂ ਜਿਹਨੂੰ ਕਹਿੰਦੇ ਆਪਾਂ, ਕਿਹਦੇ ਹੁਕਮ ਚੱਲ ਰਿਹਾ?
ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ शिवजू अवतरा, काल पाए कर विष्णु प्रकाशा, सकल काल का किया तमाशा। ਇੱਕ ਸੰਸਾਰ ਨੂੰ ਬਣਾਉਂਦਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਰੋਜੀ ਦਿੰਦਾ, ਇੱਕ ਲਾਏ ਦੀਵਾਨ, ਇੱਕ ਨੂੰ ਲਾਏ ਕਰਨ ਦੀ ਬਾਣ ਹੈ, ਦੀਵਾਨ ਨਹੀਂ ਦੀਵਾਨ। ਉਹਨੂੰ ਆਦਤ ਹੈ, ਉਹ ਲੈ ਕਰਦਾ। ਆਪਾਂ ਕਹਿੰਦੇ ਤੈਨੂੰ ਆ ਜਿਹੜੀ ਬਾਣ ਪੈ ਗਈ ਨੇ ਬੜੀ ਮਾੜੀ ਹੈ, ਆਦਤ ਨੂੰ ਕਹਿੰਦੇ ਨੇ। ਇੱਕ ਲੈ ਕਰਦਾ ਹੈ, ਉਹਨੂੰ ਦੀ ਬਾਣ ਹੈ, ਉਹਨੂੰ ਆਦਤ ਹੈ, ਉਹ ਸੰਸਾਰ ਨੂੰ ਖਤਮ ਕਰਦਾ। ਭਾਰਤ ਦੇਸ਼ ਵਿੱਚ ਸਭ ਤੋਂ ਮੰਦਰ ਕਿਹਨਾਂ ਦੇ ਨੇ? ਬ੍ਰਹਮਾ ਦੇ ਜ਼ਿਆਦੇ ਹੈ, ਵਿਸ਼ਨੂੰ ਦੇ ਜ਼ਿਆਦੇ ਹੈ, ਸ਼ਿਵ ਜੀ ਭਗਵਾਨ ਦੇ ਮੰਦਰ ਜ਼ਿਆਦੇ ਨੇ। ਲੋਕੀ ਡਰਦੇ ਭਗਤੀ ਕਰਦੇ ਨੇ ਕਿਤੇ ਮੇਰਾ ਨੰਬਰ ਨਾ ਲਾ ਦੇਵੇ। ਭਗਤੀ ਪੈਦਾ ਡਰ ਤੋਂ ਹੁੰਦੀ ਹੈ, ਫਿਰ ਪ੍ਰੇਮ 'ਚ ਬਦਲ ਜਾਂਦੀ ਹੈ। ਭਗਤੀ ਡਰ ਤੋਂ ਪੈਦਾ ਹੁੰਦੀ ਹੈ। ਜਮਾਂ ਦਾ ਡਰ, ਨਰਕਾਂ ਦਾ ਡਰ, 84 ਦਾ ਡਰ, ਜੰਮਣ ਮਰਨ ਦਾ ਡਰ, ਪਤਾ ਨਹੀਂ ਕਿੰਨੇ ਹੋਰ ਕਿੰਨੇ ਕੁ ਡਰ ਨੇ। ਪਹਿਲਾਂ ਡਰ ਤੋਂ ਭਗਤੀ ਸ਼ੁਰੂ ਹੁੰਦੀ ਹੈ ਤੇ ਪ੍ਰੇਮ 'ਚ ਫਿਰ ਬਦਲ ਜਾਂਦੀ ਹੈ। ਸਾਧ ਸੰਗਤ ਬਿਨ ਭਉ ਨਹੀਂ ਉਪਜੈ, ਭੈ ਬਿਨ ਭਗਤ ਨਾ ਹੋਵੇ ਤੇਰੀ। ਸੋ ਸਾਧ ਸੰਗੀ ਲੋਕੀ ਡਰਦੇ, ਡਰ ਤੋਂ ਭਗਤੀ। ਆ ਕਰੋਨਾ 'ਚ ਲੋਕੀ ਅੰਦਰ ਵੜ ਕੇ ਬਹਿ ਗਏ ਸੀ, ਜਿਹੜੇ ਕਹਿੰਦੇ ਸੀ 1 ਮਿੰਟ ਨਹੀਂ ਸਰਦਾ ਜੀ, ਕੰਮੇ ਬਹੁਤ ਹੈ। ਤੇ 2 ਸਾਲ ਫਿਰ ਕਿਵੇਂ ਕੰਮ ਹੋਏ ਸੀ? ਸਰ ਗਿਆ ਸੀ 2 ਸਾਲ? ਕੋਈ ਜਾਂਦਾ ਸੀ ਕਿਸੇ ਵਿਆਹ ਤੇ ਕਹਿੰਦਾ ਨਾ ਭਈ ਆਪੀ ਕਰ ਲਓ, ਉਰੀ ਲਾ ਲਓ ਹਾਜ਼ਰੀ ਬਸ। ਕੋਈ ਨਾਰਾਜ਼ ਹੋਇਆ ਸੀ ਰਿਸ਼ਤੇਦਾਰ ਕਿਸੇ ਦਾ ਵੀ ਤੂੰ ਸਾਡੇ ਵਿਆਹ ਤੇ ਨਹੀਂ ਆਇਆ, ਸਾਡੇ ਤੇ ਇਕੱਠ ਹੀ ਨਹੀਂ ਹੋਇਆ? 2 ਸਾਲ, ਇਹ ਨਹੀਂ 2 ਦਿਨ ਜਾਂ 2 ਮਹੀਨੇ ਨਹੀਂ, 2 ਸਾਲ ਟ੍ਰਾਇਲ ਸੀ ਪ੍ਰਮਾਤਮਾ ਵੱਲੋਂ ਆਪਾਂ ਨੂੰ ਸਮਝਾਉਣ ਵਾਸਤੇ। ਪਰ ਆਪਣੇ ਕੁੱਤੇ ਦੀ ਪੂਛ ਵਾਲਾ ਹਾਲ ਤੇ ਉਹੀ ਹਾਲ ਫੇਰ ਹੋ ਗਿਆ। ਹੁਣ 800 ਬੰਦਾ ਫੇਰ ਇਕੱਠਾ ਹੋ ਕੇ ਇੱਕ ਲੜਕੀ ਦੇ ਆਨੰਦ ਕਾਰਜ ਹੋਣੇ, ਲੜਕੇ ਦੇ ਤੇ ਲੜਕੀ ਦੇ। ਸਿਰਫ ਅੱਧੇ ਘੰਟੇ ਦੀ ਰਸਮ ਹੈ, ਵੱਧ ਤੋਂ ਵੱਧ ਅੱਧਾ ਘੰਟਾ, ਜਿਸ ਵਾਸਤੇ ਜ਼ਮੀਨਾਂ ਵਿਕ ਰਹੀਆਂ ਨੇ, ਕਰਜ਼ੇ ਚੜ ਰਹੇ ਨੇ। ਫਿਰ ਸੜਕਾਂ ਤੇ ਬੈਠ ਕੇ ਸਰਕਾਰਾਂ ਦੇ ਅੱਗੇ ਝੋਲੀ ਅੱਡ ਕੇ ਸਾਡਾ ਕਰਜ਼ਾ ਲਾਓ ਜੀ। ਕਰਜ਼ਾ ਮੀਂਹ 'ਚ ਡਿੱਗਿਆ ਸੀ ਤੇਰੇ ਤੇ, ਤੇਰੇ ਘਰ ਸਿੱਟ ਗਿਆ ਸੀ ਕੋਈ? ਤੁਸੀਂ ਮਰਗਤ ਹੋ ਗਈ, ਦੇਖੋ ਉੱਥੇ ਕਿੰਨੇ ਪਕਵਾਨ ਪਕਾ ਪਕਾ ਕੇ ਸਾਡੀ ਮਾਂ ਚੜ੍ਹਾਈ ਕਰ ਗਈ ਹੈ, ਅਸੀਂ ਲੋਕਾਂ ਨੂੰ ਮਠਿਆਈਆਂ ਖਵਾ ਰਹੇ ਹਾਂ ਬਣਾ ਕੇ। ਇਹ ਸ਼ੁਕਰ ਹੈ ਮੇਰੀ ਮਾਂ ਮਰੀ ਹੈ। ਕਰਜ਼ਾ ਕਿੱਥੋਂ ਆਇਆ ਸੀ? ਹੱਡੀਆਂ ਚੱਕ ਚੱਕ ਕੇ ਫਾਹ ਤਾਂ ਆਪਾਂ ਆਪ ਲੈਂਦੇ ਹਾਂ। ਜ਼ਮੀਨਾਂ ਵਿਕ ਰਹੀਆਂ ਨੇ, ਕਰਜ਼ੇ ਚੜ੍ਹ ਰਹੇ ਨੇ, ਖੁਦਕਸ਼ੀਆਂ ਹੋ ਰਹੀਆਂ ਨੇ, ਪਰ ਅਸੀਂ ਘੱਟ ਨਹੀਂ ਕਰਨਾ ਹੈ। ਸਾਨੂੰ ਪਰਮਾਤਮਾ ਨੇ 2 ਸਾਲ ਟ੍ਰਾਇਲ ਸਮਝਾਇਆ। ਤੁਸੀਂ ਥੋੜ੍ਹੇ ਲੋਕਾਂ ਨਾਲ ਵੀ ਭੋਗ ਪਾ ਸਕਦੇ ਹੋ, ਕਦੇ ਕਰਜ਼ਾ ਚੜ੍ਹ ਹੀ ਨਹੀਂ ਸਕਦਾ। ਤੁਸੀਂ ਥੋੜ੍ਹੇ ਬੰਦਿਆਂ ਨਾਲ ਵੀ ਵਿਆਹ ਸ਼ਾਦੀਆਂ ਕਰ ਸਕਦੇ ਹੋ, ਕੋਈ ਤੁਹਾਡਾ ਨੱਕ ਨਹੀਂ ਵੱਢਦਾ। ਇਹ ਸਮਝਾਇਆ ਸੀ ਪਰਮਾਤਮਾ ਨੇ ਆਪਾਂ ਨੂੰ, ਪਰ ਆਪਣੀ ਹਾਲਤ ਤਾਂ ਉਹੀ ਹੈ। ਫੇਰ ਸਾਧ ਸੰਗੀ ਅੱਜ ਦੇਖ ਲਓ, ਉਹੀ ਕੰਮ ਫੇਰ ਸ਼ੁਰੂ ਹੋ ਗਿਆ। ਇੱਕ ਵਿਆਹ ਨਹੀਂ ਹੁੰਦਾ, 6 ਵਿਆਹ ਇਕੱਠੇ ਹੁੰਦੇ ਨੇ। ਇੱਕ ਵਿਆਹ ਦੇ 6 ਵਿਆਹ। ਅਜੇ ਰਿੰਗ ਸਰਮਣੀ ਹੈ ਜੀ, ਫੇਰ ਇਕੱਠ ਹੋਊਗਾ। ਅੱਜ ਫੇਰ ਅਜੇ ਪਾਰਟੀ ਹੋਊਗੀ, ਫੇਰ ਇਕੱਠ ਹੋਣਾ ਜੀ। ਫਿਰ ਆਨੰਦ ਕਾਰਜ ਹੋਣੇ, ਫੇਰ ਇਕੱਠ ਹੋਊ। ਇੱਕ ਵਿਆਹ ਹੋ ਰਿਹਾ ਕਿਤੇ ਇੱਥੇ। ਜਿਹੜੀ ਲੰਗਰ ਲਾਉਣ ਵਾਲੀ ਕੌਮ ਹੈ, ਭੁੱਖਿਆਂ ਨੂੰ ਲੰਗਰ ਛਕਾਉਣ ਵਾਲੀ, ਉਹ ਸੜਕ ਤੇ ਬਹਿ ਕੇ ਸਰਕਾਰ ਨੂੰ ਕਹਿੰਦੀ ਕਰਜ਼ਾ ਲਾਓ ਸਾਡਾ। ਇੱਕ ਪਾਸੇ ਲੰਗਰ ਲਾ ਰਹੇ ਨੇ ਵੀ ਜੇ ਤੁਹਾਡੇ ਕੋਲ ਇੰਨਾ ਪੈਸਾ ਸਾਡੇ ਕੋਲ, ਅਸੀਂ ਕਿਉਂ ਮੰਗੀਏ? ਫਿਰ ਜਿਹੜੀ ਸਰਕਾਰ ਤੁਹਾਡਾ ਕਰਜ਼ਾ ਲਾਏਗੀ, ਤੁਹਾਨੂੰ ਆਪਣੀਆਂ ਸ਼ਰਤਾਂ ਬਣਾ ਲਏਗੀ, ਪਹਿਲਾਂ ਗੁਲਾਮ ਬਣਾਏਗੀ ਆਪਾਂ ਨੂੰ। ਉਹ ਅਸੀਂ ਤਾਂ ਭੁੱਖਿਆਂ ਨੂੰ ਲੰਗਰ ਛਕਾਉਣ ਵਾਲੀ ਕੌਮ ਹੈ। ਕਿਤੇ ਬਿਪਤਾ ਆ ਜਾਏ, ਕਿਤੇ ਸੰਕਟ ਆ ਜਾ, ਜਾ ਕੇ ਲੰਗਰ ਲਾ ਦਿੰਦੇ ਗੁਰੂ ਨਾਨਕ ਦੇ ਸੇਵਕ। ਅਸੀਂ ਭਿਖਾਰੀ ਕਦੋਂ ਬਣੇ? ਅਸੀਂ ਤਾਂ ਦਾਤੇ ਬਣਾਇਆ ਸੱਚੇ ਪਾਤਸ਼ਾਹ ਮਹਾਰਾਜ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਓਨਾ ਕੁ ਖਰਚ ਕਰੋ ਜਿੰਨੀ ਕੁ ਆਪਣੀ ਬਿੱਤ ਹੈ, ਅੱਡੀਆਂ ਚੱਕ ਕੇ ਫਾਹ ਨਾ ਲਓ।
जैसा बित तैसा होए वरतै, अपना बल नहीं हारै। सियाणे कहते सी चादर देख के पैर पसारो। ਉਹੀ ਗੱਲ ਬਾਣੀ ਚ ਮਹਾਰਾਜ ਨੇ ਆਖੀ ਹੈ ਵੀ ਜੇ ਤੂੰ 10 ਕਿਲੋ ਭਾਰ ਚੱਕ ਸਕਦਾ ਤੇ 7 ਕਿਲੋ ਚੱਕ, ਆਰਾਮ ਨਾਲ ਤੁਰਿਆ ਜਾਏ। ਭਾਰ ਤੂੰ 8 ਕਿਲੋ ਚੱਕਣ ਜੋਗਾ ਤੇ 17 ਕਿਲੋ ਧੌਣ ਤਲਾਉਣੀ ਹੈ, ਹੋਰ ਕੀ ਕਰੇਗਾ ਫਿਰ। ਅੱਜ ਹਾਲਤ ਸਾਡੀ ਇਹ ਹੈ ਸਾਧ ਸੰਗਤ। ਇਸ ਕਰਕੇ ਇਹ ਭੈ ਤੋਂ ਭਗਤੀ ਸ਼ੁਰੂ ਹੁੰਦੀ ਹੈ, ਡਰ ਤੋਂ ਭਗਤੀ ਸ਼ੁਰੂ ਹੁੰਦੀ ਹੈ, ਫਿਰ ਪ੍ਰੇਮ ਚ ਬਦਲ ਜਾਂਦੀ ਹੈ। ਇਹ ਜਿਹੜਾ ਕਾਲ ਹੈ, ਸੰਸਾਰ ਦਾ ਕਾਲ ਹੈ ਜਿਹੜਾ, ਇਹ ਇਹਨਾਂ ਤਿੰਨਾਂ ਦੇ ਅਧੀਨ ਰੱਖਿਆ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਰ ਇਹ ਕਿਹਦੇ ਹੁਕਮ ਵਿੱਚ ਨੇ? ਇਹਨਾਂ ਦਾ ਵੀ ਸਮਾਂ ਨਾ, ਉਹ ਮਹਾਕਾਲ ਦੇ ਅਧੀਨ ਨੇ। ਜਿਹੜੇ ਤੁਹਾਡੇ ਚੋਂ ਮਾਈ ਭਾਈ ਨਿਤਨੇਮ ਕਰਦੇ ਨੇ, ਰੋਜ਼ ਜਾਪ ਸਾਹਿਬ ਦੀ ਬਾਣੀ ਪੜ੍ਹਦੇ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਕਿਹੜੇ ਸੂਰਜ ਨੂੰ ਨਮਸਕਾਰ ਕਰਦੇ ਨੇ ਮਹਾਰਾਜ? ਜਿਹੜੇ ਜਾਪ ਸਾਹਿਬ ਦਾ ਪਾਠ ਮਾਈ ਭਾਈ ਕਰਦੇ ਨੇ, ਉਹ 1100 ਵਾਰੀ ਕਾਲ ਪੁਰਖ ਨੂੰ ਨਮਸਕਾਰ ਕਰਦੇ ਨੇ। ਜਾਪ ਸਾਹਿਬ ਦੇ ਵਿੱਚ 1100 ਵਾਰੀ ਨਮਸਕਾਰ ਹੁੰਦੀ ਹੈ। ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਰੂਪੇ, ਨਮਸਤੰ। ਇਸੇ ਕਰਕੇ ਕਹਿੰਦੇ ਨੇ ਦਸਮ ਦੀ ਬਾਣੀ ਵੀਰਸ ਭਰ ਦਿੰਦੀ ਹੈ ਨਾ। ਤੇ ਸਾਡਾ ਮਹਿਕਮਾ ਕਹਿੰਦਾ ਨਹੀਂ ਪੜ੍ਹਨੀ, ਆਪਾਂ ਨੂੰ ਮਤਲਬ ਇਤਿਹਾਸ ਤੋਂ ਟੁੱਟ ਜਾਣ, ਤਾਂ ਕਰਕੇ ਕਹਿੰਦੇ ਨੇ ਜ਼ਿਆਦਾ ਹੀ ਪੜ੍ਹਿਆ ਕਰੋ। ਸਗੋਂ 1100 ਵਾਰੀ ਨਮਸਕਾਰ ਕੀਤੀ ਹੈ ਜਾਪ ਸਾਹਿਬ ਦੇ ਵਿੱਚ ਕਾਲ ਪੁਰਖ ਨੂੰ, ਕਲਗੀਧਰ ਪਾਤਸ਼ਾਹ ਮਹਾਰਾਜ। ਇੰਨੀ ਵਾਰੀ ਨਮਸਕਾਰ ਹੈ। ਤੇ ਮਹਾਰਾਜ ਕਹਿੰਦੇ ਨਮੋ, ਉਹ ਸੂਰਜਾਂ ਨੂੰ ਪ੍ਰਕਾਸ਼ ਦੇਣ ਵਾਲੇ ਮਹਾਂਪ੍ਰਕਾਸ਼, ਮੈਂ ਤੈਨੂੰ ਨਮਸਕਾਰ ਕਰਦਾ। ਸੂਰਜ ਨੂੰ ਵੀ ਜਿਹੜਾ ਪ੍ਰਕਾਸ਼ ਦਿੰਦਾ। ਸੂਰਜ ਕਿੱਥੋਂ ਪ੍ਰਕਾਸ਼ ਲੈਂਦਾ ਹੈ? ਮਹਾਂਪ੍ਰਕਾਸ਼ ਤੋਂ। ਜਦੋਂ ਮਹਾਂਪਰਲੋਂ ਆਉਂਦੀ ਹੈ, ਕਾਲ ਪੁਰਖ ਸੂਰਜ ਵਿੱਚੋਂ ਲਾਈਟ ਆਪਣੀ ਕੱਢ ਲੈਂਦਾ, ਪ੍ਰਕਿਰਤੀ ਸੁੰਗੜਨ ਲੱਗ ਜਾਂਦੀ ਹੈ, ਲੈ ਹੋ ਜਾਂਦੀ ਹੈ। ਇਸ ਕਰਕੇ ਅਸੀਂ ਉਹਦੇ ਪੁਜਾਰੀ ਹਾਂ ਜਿਹੜਾ ਮਹਾਂਕਾਲ ਹੈ, ਜਿਹਦੇ ਵਿੱਚ ਕਾਲ ਹੈ ਨਹੀਂ, ਜਿਹੜਾ ਕੋਈ ਨਹੀਂ ਕਹਿ ਸਕਦਾ ਪਰਮਾਤਮਾ ਇੰਨੇ ਚਿਰ ਦਾ ਬਣਿਆ, ਇੰਨਾ ਚਿਰ ਰਹਿਣਾ ਉਹਦਾ, ਜੇ ਬੱਚਾ, ਜੇ ਬੁੱਢਾ ਹੋ ਗਿਆ, ਜਵਾਨ ਹੋ ਗਿਆ, ਉਹਦੇ 'ਚ ਸਮਾਂ ਨਹੀਂ ਹੈ। ਜਿਹੜਾ ਜਨਮ ਮਰਨ ਤੋਂ ਰਹਿਤ ਹੈ, ਜਿਹੜਾ ਆਪ ਬਿਮਾਰ ਹੈ, ਉਹ ਕਿਸੇ ਨੂੰ ਤੰਦਰੁਸਤ ਨਹੀਂ ਕਰ ਸਕਦਾ ਹੈ। ਜਿਹਦੇ ਆਪਣੇ ਕੋਲ ਕੁਛ ਨਹੀਂ, ਉਹ ਕਿਸੇ ਦੀ ਝੋਲੀ 'ਚ ਕੁਝ ਨਹੀਂ ਪਾ ਸਕਦਾ। ਜਿਹੜਾ ਆਪ ਜੰਮਣ ਮਰਨ ਤੋਂ ਰਹਿਤ ਹੈ, ਜਦੋਂ ਆਪਾਂ ਉਹਨੂੰ ਜਪਾਂਗੇ ਫਿਰ ਅਸੀਂ ਜੰਮਣ ਮਰਨ ਤੋਂ ਰਹਿਤ ਹੋ ਜਾਵਾਂਗੇ। ਅਸੀਂ ਉਹਨੂੰ ਸਿਮਰਨਾ ਹੈ, ਅਸੀਂ ਉਹਨੂੰ ਜਪਣਾ, ਜਿਹੜਾ ਜੰਮਿਆ ਨਹੀਂ ਨਾ ਮਰਦਾ ਹੈ। ਉਹ ਇਸ ਕਰਕੇ ਅਸੀਂ ਜਨਮ ਮਰਨ ਤੋਂ ਰਹਿਤ ਹੋ ਜਾਵਾਂਗੇ ਜਦੋਂ ਉਹਨੂੰ ਜਪਾਂਗੇ, ਜਿਹੜਾ ਜੰਮਦਾ ਨਹੀਂ ਮਰਦਾ ਨਹੀਂ ਹੈ। ਆਪਾਂ ਨੂੰ ਇਹੀ ਗੁਰੂ ਬਾਣੀ ਦਾ, ਗੁਰੂ ਦਾ ਹੁਕਮ ਹੈ। ਏਕੋ ਸਿਮਰੋ ਨਾਨਕਾ, ਏਕੋ ਸਿਮਰੋ ਨਾਨਕਾ, ਜੋ ਜਲ ਥਲ ਰਿਹਾ ਸਮਾਏ, ਏਕੋ ਸਿਮਰੋ, ਏਕੋ ਸਿਮਰੋ ਨਾਨਕਾ। ਦੂਜਾ ਕਾਹੇ ਸਿਮਰਿਐ, ਦੂਜਾ ਕਾਹੇ ਸਿਮਰਿਐ,
मर जाए, जो जम्मे तै मर जाए। एको सिमरो नानका, एको सिमरो नानका। एको सिमरो नानका, जो जल थल रहा। दूजा काहे सिमरिए, जो जम्मै तै मर जाए। जद आपां गुरु ग्रंथ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਪਹਿਲਾ ਅੱਖਰ ਆਉਂਦਾ ਇੱਕ, ਗਿਣਤੀ ਦਾ ਇੱਕ ਹੈ। ਈੜੀ ਸਿਹਾਰੀ ਪਾ ਕੇ ਕੱਕਾ ਨਹੀਂ ਲਿਖਿਆ ਮਹਾਰਾਜ ਨੇ। ਜੇ ਈੜੀ ਸਿਹਾਰੀ ਪਾ ਕੇ ਕੱਕਾ ਲਿਖਦੇ ਨਾ ਇੱਕ, ਤਾਂ ਇਹਦੇ ਚ ਵਿਆਕਰਨ ਆ ਜਾਣੀ ਸੀ। ਦੇਖੋ ਕਿੱਡੇ ਸਮਰੱਥ ਨੇ ਸੱਚੇ ਪਾਤਸ਼ਾਹ ਨੇ, ਗਿਣਤੀ ਦਾ ਏਕਾ ਪਾਇਆ। ਇਹਦੇ ਚ ਵਿਆਕਰਨ ਨਹੀਂ ਆ ਸਕਦੇ, ਇਹਦੇ ਅਰਥ ਹੀ ਨਹੀਂ ਬਦਲ ਸਕਦਾ। ਵੀ ਜਿੰਨਾ ਉਪਦੇਸ਼ ਦੇਣਾ ਤੁਹਾਨੂੰ ਬਾਣੀ ਦਾ ਇੱਕ ਦਾ ਹੀ ਦੇਣਾ, ਬਸ ਇੱਕੋ ਨੂੰ ਹੀ ਜਪਣਾ, ਇੱਕੋ ਨੂੰ ਹੀ ਸਿਮਰਨਾ, ਇੱਕੋ ਨੂੰ ਹੀ ਆਰਾਧਨਾ, ਇੱਕੋ ਦਾ ਹੀ ਧਿਆਨ ਧਰਨਾ, ਇੱਕੋ ਨੂੰ ਹੀ ਮੰਨਣਾ, ਇੱਕੋ ਨੂੰ ਹੀ ਜਪਣਾ। ਹੋਰ ਨਹੀਂ ਕਿਸੇ ਨੂੰ ਜਪਣਾ ਜਿਹੜਾ ਜੰਮਿਆ ਤੇ ਜਿਹੜਾ ਮਰ ਜਾਣਾ। ਜਿਹੜਾ ਅੱਜ ਹੈਗਾ ਕੱਲ ਨੂੰ ਮਰ ਜਾਣਾ ਉਹਨੇ, ਕੀ ਪਤਾ ਅੱਜ ਹੀ ਮਰ ਜਾਵੇ, ਕੱਲ ਦੀ ਕੋਈ ਜ਼ਰੂਰੀ ਨਹੀਂ ਹੈ। ਜੇ ਆਪਾਂ ਆਖੀ ਮੈਂ ਕੱਲ ਨੂੰ ਮਰਨਾ, ਕੀ ਪਤਾ ਅਗਲਾ ਸਵਾਸ ਆਊਗਾ ਜਾਂ ਨਹੀਂ ਆਊਗਾ, ਉਹਨੂੰ ਕੀ ਸਿਮਰਨਾ। ਫਿਰ ਹੋਰ ਲੱਭਦੇ ਫਿਰਾਂਗੇ ਉਹਦੀ ਥਾਂ ਤੇ, ਫਿਰ ਹੋਰ ਬਣਾ ਦਿੰਦੇ ਜਿਹੜਾ ਮਰ ਜਾਂਦਾ। ਫਿਰ ਕਹਿੰਦੇ ਨੇ ਉਹੋ ਜਿਹਾ ਹੈ ਨਹੀਂ ਹੈ, ਪਹਿਲਾਂ ਵਾਲਾ ਵਧੀਆ ਸੀ, ਉਹਦਾ ਕੱਦ ਵੀ ਵਧੀਆ ਸੀ, ਉਹਦਾ ਰੰਗ ਵੀ ਵਧੀਆ ਸੀ, ਸੁਭਾਅ ਵੀ ਵਧੀਆ ਸੀ ਉਹਦਾ। ਜਿਹੜਾ ਹੁਣ ਬਣਿਆ ਉਹੋ ਜਿਹਾ ਨਹੀਂ ਹੈ। ਜਦ ਸੇਵਕ ਆਪਣੇ ਗੁਰੂ ਨੂੰ ਕਹੇਗਾ ਨਾ ਮੇਰਾ ਗੁਰੂ ਪਹਿਲਾਂ ਵਰਗਾ ਹੈ ਨਹੀਂ, ਸਿੱਧਾ ਨਰਕਾਂ ਨੂੰ ਜਾਏਗਾ, ਉਰੇ ਨਹੀਂ ਰੁਕਦਾ ਰਾਜ ਕਿਤੇ ਵੀ। ਇਸ ਕਰਕੇ ਸਾਨੂੰ ਕਹਿਣਾ ਹੀ ਨਹੀਂ ਪੈਣਾ ਕਿ ਗੁਰੂ ਗ੍ਰੰਥ ਸਾਹਿਬ ਪਹਿਲਾਂ ਵਰਗਾ ਹੈ ਹੀ ਨਹੀਂ। ਵੀ ਗੁਰੂਆਂ ਵੇਲੇ ਹੋਰ ਸੀ ਜਾਂ ਹੁਣ ਹੋਰ ਹੈ, ਜਾਂ 1000 ਸਾਲ ਨੂੰ ਹੋਰ ਹੋਊਗਾ, ਨਹੀਂ ਇੱਕੋ ਹੀ ਰਹੂਗਾ। ਸਾਨੂੰ ਪੂਰੇ ਦੇ ਲੜ ਲਾਇਆ ਮਹਾਰਾਜ। ਇਸ ਕਰਕੇ ਇੱਕੋ ਨੂੰ ਹੀ ਜਪਣਾ, ਇੱਕੋ ਦੀ ਆਰਾਧਨਾ ਕਰਨੀ ਹੈ। ਜਿਹੜਾ ਕਾਲ ਦਾ ਕਾਰਨ ਮਹਾਕਾਲ ਹੈ, ਜਿਹਨੇ ਸਾਰੇ ਦੇਵਤੇ ਬਣਾਏ ਨੇ, ਜਿਹਨੇ ਸਾਰੇ ਰਹਿਬਰ ਬਣਾਏ ਨੇ, ਜਿਹਨੇ ਸਾਰੇ ਪਕੰਬਰ ਬਣਾਏ ਨੇ, ਜਿਹਨੇ ਸਾਰੇ ਰਿਸ਼ੀ ਮੁਨੀ ਬਣਾਏ ਨੇ, ਉਹਨੂੰ ਸਿਮਰਨਾ। ਜਿਹਨੂੰ ਸਿਮਰਿਆ ਤੇ ਬਾਕੀ ਸਾਰੇ ਸਿਮਰੇ ਜਾਂਦੇ ਆ ਆਪਣੇ ਆਪ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਨਾ, ਉਹ ਸਮਝੋ ਸਾਰੇ ਪੀਰ ਫਕੀਰ ਦੇਵੀ ਦੇਵਤੇ ਉਹਦੇ ਵਿੱਚ ਹੀ ਆ ਜਾਂਦੇ। ਤੁਸੀਂ ਦਰਖਤ ਦੀ ਜੜ੍ਹ 'ਚ ਪਾਣੀ ਪਾ ਦਿਓ 2 ਬਾਲਟੀਆਂ, ਪੱਤੇ ਆਪਣੇ ਆਪ ਹੀ ਹਰੇ ਹੋ ਜਾਂਦੇ। ਪੱਤਿਆਂ ਤੇ ਛਿੜਕੀ ਜਾਓ, ਜੜ੍ਹ 'ਚ ਨਾ ਪਾਓ, ਪੱਤੇ ਸੁੱਕ ਜਾਣਗੇ। ਇਹ ਤਾਂ ਬਾਹਰਲੀ ਗੱਲ ਹੈ, ਕਰਕੇ ਦੇਖ ਲਓ। ਪੈਦਾ ਕਿੱਥੋਂ ਹੋਇਆ? ਸਾਰਾ ਕੁਝ ਪਰਮਾਤਮਾ ਤੋਂ। ਸਭ ਨੂੰ ਪੈਦਾ ਕਰਨ ਵਾਲਾ ਉਹ ਤੋਂ ਆਪ ਹੀ ਸੀ ਨਾ, ਇਕੱਲਾ ਹੀ। ਪਹਿਲਾਂ ਇੱਕ ਸੰਕਲਪ ਕਰਕੇ ਉਹਨੇ ਕਰੋੜਾਂ ਬ੍ਰਹਿਮੰਡ ਰਚ ਦਿੱਤੇ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆ। ਕੋਈ ਵੀ ਨਹੀਂ ਸੀ, ਆਪ ਹੀ ਸੀ ਪਹਿਲਾਂ। ਉਹਨੇ ਪੈਦਾ ਕੀਤਾ ਸਾਰਾ ਸੰਸਾਰ ਨੂੰ। ਚਲਾ ਕੌਣ ਰਿਹਾ? ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸਵੀ ਧਰਤੀ ਥਾਪ ਰੱਖੀ ਧਰਮਸਾਰ। ਇਹ ਪਰਮਾਤਮਾ ਨੇ ਚਲਾਉਣ ਵਾਸਤੇ ਮਰਿਆਦਾ ਬਣਾਤੀ। ਦਿਨ ਰਾਤ ਬਣਾਤੇ, ਰੁੱਤਾਂ ਬਣਾ ਦਿੱਤੀਆਂ, ਗਰਮੀ ਸਰਦੀ ਬਣਾ ਦਿੱਤੀ। ਇਹ ਕੋਈ ਸਾਇੰਸਦਾਨ ਬਦਲਦਾ ਇਹਨੂੰ?
ਆਪਣੇ ਆਪ ਬਦਲਦੀਆਂ। ਸੋ ਸਾਧ ਸੰਗਤ ਜੀ, ਸੂਰਜ ਕਦੀ ਲੇਟ ਛਿਪਿਆ ਵੀ ਅੱਜ ਠੰਡ 'ਚ ਲੇਟ ਹੀ ਹੋ ਗਿਆ, ਕਦੀ ਚੜਿਆ ਨਹੀਂ ਲੇਟ, ਕਦੇ ਛਿਪਿਆ ਨਹੀਂ, ਕਿਸ ਦੇ ਹੁਕਮ ਚੱਲ ਰਿਹਾ। ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨੰਦ, ਉਹਦੇ ਹੁਕਮ 'ਚ ਚੱਲ ਰਿਹਾ। ਸੋ ਸਾਧ ਸੰਗਤ ਜੀ, ਉਹਨੂੰ ਸਿਮਰਨਾ ਹੈ ਜਿਹੜਾ ਕਾਲ ਤੋਂ ਰਹਿਤ ਹੈ, ਜਿਹੜਾ ਜੰਮਣ ਮਰਨ ਤੋਂ ਰਹਿਤ ਹੈ। ਜਦੋਂ ਆਪਾਂ ਉਹਨੂੰ ਸਿਮਰਾਂਗੇ ਫਿਰ ਅਸੀਂ ਵੀ ਜੰਮਣ ਮਰਨ ਤੋਂ ਰਹਿਤ ਹੋ ਜਾਵਾਂਗੇ, ਸਾਡਾ ਵੀ ਜੰਮਣਾ ਮਰਨਾ ਮੁੱਕ ਜਾਏ। ਤੇ ਜੇ ਕਿਸੇ ਜੰਮਣ ਮਰਨ ਵਾਲੇ ਨੂੰ ਜਪਦੇ ਰਹੇ ਫਿਰ ਆਪਾਂ ਵੀ ਮਰਾਂਗੇ ਜੰਮਾਂਗੇ। ਜੈਸਾ ਸੇਵੈ ਤੈਸੋ ਹੋਵੈ। ਜਿਹਦੀ ਆਰਾਧਨਾ ਕਰੋਗੇ ਨਾ ਉਹੋ ਜਿਹੀ ਬਣ ਜਾਗੇ ਆਪ। ਜੇ ਪਰਮੇਸ਼ਰ ਦੀ ਕਰਾਂਗੇ ਫਿਰ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਵਾਂਗੇ। ਆ ਪਹਿਰੇਦਾਰ ਨਾਲ ਬੇਨਤੀ ਆ, ਜਵਾਕਾਂ ਨੂੰ ਪਰੇ ਭਜਾ ਕੇ ਆ, ਜਿਹੜਾ ਕੌਡੀ ਖੇਡਦੇ ਫਿਰਦੇ ਇੱਥੇ, ਇਹ ਲੰਗਰ ਛਕ ਕੇ ਫਿਰ ਇੱਥੇ ਹਜਮ ਕਰਨ ਲੱਗ ਜਾਣੇ ਖੇਡ ਕੇ। ਕਿ ਲੰਗਰ ਕਿ ਨਹੀਂ ਵਗ ਜਾਓ, ਖੀਰ ਖਾਇਓ ਜਾਓ ਇੱਕ ਵਾਰੀ ਹੋਰ। ਇਹ ਸੰਗਤ ਤਾਂ ਰੌਲਾ ਪਾਉਂਦੀ ਨਹੀਂ ਨਾ, ਇਹਦੇ ਆਲੇ ਦੁਆਲੇ ਕਿਉਂ ਡਾਂਗਾ ਨਹੀਂ ਕਦੋਂ ਖੜੇ। ਇਹ ਤਾਂ ਦੂਰੋਂ ਦੂਰੋਂ ਸੰਗਤ ਆਈ ਆ ਸੁਣਨ। ਇਹ ਤਾਂ ਕਹੀ ਤੂੰ ਗੱਲ ਕਰੇ ਚੁੱਪ ਕਰ, ਕੀਰਤਨ ਸੁਣਨ ਆਇਆ ਹੋਇਆ। ਉਹਨਾਂ ਦਾ ਧਿਆਨ ਰੱਖੋ ਜਿਹੜੇ ਕਦੀੜੀਆਂ ਜਿਹੀਆਂ ਮਾਰਦੇ ਫਿਰ। ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਮਹਾਕਾਲ ਦੀ ਆਰਾਧਨਾ ਕੀਤੀ ਆ ਉੱਥੇ। ਭਗਤੀ 2 ਤੋਂ ਸ਼ੁਰੂ ਹੁੰਦੀ ਹੈ। ਸੰਗਤ 'ਚ ਸਿਆਣੇ ਬੈਠੇ ਹੋ, ਪੜ੍ਹੇ ਲਿਖੇ, ਸੋਝੀ ਰੱਖਣ ਵਾਲੇ ਵੀ ਬੈਠੇ ਹੋ ਤੁਸੀਂ ਵਿੱਚ। ਭਗਤੀ 2 ਤੋਂ ਸ਼ੁਰੂ ਹੁੰਦੀ ਹੈ। ਸਿੱਖ ਤੇ ਗੁਰੂ 2 ਨੇ, ਭਗਤ ਤੇ ਭਗਵਾਨ 2 ਨੇ। ਭਗਤ ਨੇ ਭਗਤੀ ਕਰਦਿਆਂ ਕਰਦਿਆਂ ਭਗਵਾਨ ਵਿੱਚ ਲੈ ਹੋ ਜਾਣਾ, ਇੱਕ ਰਹਿ ਜਾਣਾ, ਭਗਵਾਨ ਦਾ ਰੂਪ ਹੀ ਬਣ ਜਾਣਾ। ਸਿੱਖ ਨੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਿਆਂ ਕਰਦਿਆਂ ਗੁਰੂ ਵਿੱਚ ਭੇਦ ਹੋ ਜਾਣਾ। ਹਰ ਕਾ ਸੇਵਕ ਸੋ ਹਰ ਜਿਹਾ, ਉਹਦੇ ਵਰਗੇ ਬਣ ਜਾਣਾ। ਹਰ ਹਰ ਜਨ, ਹਰੀ ਤੇ ਹਰੀ ਦਾ ਜਨ। ਆ ਜਿਹੜਾ ਲਹਿਦਾ ਰੱਖਤੇ ਨਾ, ਇਹ ਹਰੀਜਨ ਨੇ। ਆਪਾਂ ਸਾਰੇ ਹਰੀਜਨ ਆ ਜਿੰਨੇ ਬੈਠੇ, ਭਾਵੇਂ ਉਹ ਬ੍ਰਾਹਮਣ ਹੈ, ਭਾਵੇਂ ਉਹ ਵੈਸ ਹੈ, ਭਾਵੇਂ ਸ਼ੂਦਰ ਹੈ, ਭਾਵੇਂ ਛਤਰੀ ਹੈ, ਆਪਾਂ ਸਾਰੇ ਹਰੀ ਦੇ ਜਨ। ਜੇ ਇਹ ਹਰੀ ਦੇ ਜਨ ਨੇ ਤੇ ਆਪਾਂ ਕਿਤੇ ਜਾਣਾ ਬਾਈ? ਸਾਨੂੰ ਪੈਦਾ ਕਿਹਨੇ ਕੀਤਾ? ਸਾਨੂੰ ਕਿਸੇ ਦੇਵਤੇ ਦੇਵੀ ਨੇ ਪੈਦਾ ਨਹੀਂ। ਸਾਰੇ ਆਪਾਂ ਹਰੀ ਜਨ, ਹਰੀ ਦੇ ਜਨ ਆਪਾਂ ਸਾਰੇ। ਇਕੱਲੇ ਕਿਸੇ ਕੋਲ ਕੋਈ ਠੇਕਾ ਨਹੀਂ ਕਿ ਅਸੀਂ ਤੇ ਹਰੀ ਜਨ, ਤੁਸੀਂ ਨਹੀਂ ਹਰੀ ਜਨ। ਸਾਰੇ ਹਰੀ ਦੇ ਜਨ, ਸਾਰਿਆਂ ਨੂੰ ਹਰੀ ਨੇ ਪੈਦਾ ਕੀਤਾ। ਅਸੀਂ ਜਨ ਉਹਦੇ ਹੀ ਹਾਂ ਸਾਰੇ। ਇਹ ਜਾਣ ਕੇ ਇੱਕ ਦੇ ਨਾਲ ਜੋੜਿਆ ਗਿਆ ਵੰਡੀਆਂ ਪਾਉਣ ਵਾਸਤੇ। ਮਜ਼੍ਹਬੀ ਕੌਣ ਹੈ? ਜਿਹੜਾ ਮਜ਼ਹਬ ਤੇ ਚੱਲਦਾ ਹੈ। ਕਿਸੇ ਜਾਤ ਨਾਲ ਮਜ਼੍ਹਬੀ ਸ਼ਬਦ ਨਹੀਂ ਲੱਗਦਾ ਹੈ। ਇਹ ਜਾਣ ਕੇ ਲਾਇਆ ਗਿਆ ਵੀ ਵੰਡੇ ਜਾਣਗੇ, ਧੜੇ ਬਣ ਜਾਣਗੇ ਇਹਨਾਂ ਦੇ। ਆਪਾਂ ਕਹਿੰਦੇ ਤੇਰਾ ਤਾਂ ਮਜ਼ਹਬ ਹੀ ਕੋਈ ਨਹੀਂ। ਜਿਹਦਾ ਮਜ਼ਹਬ ਹੈ ਉਹਨੂੰ ਕਹਿੰਗੇ ਨਾ ਮਜ਼੍ਹਬੀ। ਜਿਹੜਾ ਅੰਮ੍ਰਿਤਧਾਰੀ ਹੁੰਦਾ ਸੀ, ਧਰਮ ਤੇ ਚੱਲਦਾ ਸੀ, ਲੋਕ ਉਹਦਾ ਨਾਂ ਕਹਿੰਦੇ ਸੀ ਮਜ਼੍ਹਬੀ ਸਿੰਘ। ਇਹ ਮਜ਼ਹਬ ਧਾਰਿਆ ਹੋਇਆ ਇਹਨੇ, ਮਜ਼ਹਬ ਤੇ ਚੱਲ ਰਿਹਾ। ਤੇ ਆਪਾਂ ਕਹਿੰਦੇ ਤੇਰਾ ਮਜ਼ਹਬ ਹੀ ਕੋਈ ਨਹੀਂ ਹੈ, ਤੂੰ ਤਾਂ ਕਿਹੜੇ ਮਜ਼ਹਬ ਨੂੰ ਮੰਨਦਾ? ਕਹਿੰਦੇ ਨਾ ਆਪਾਂ। ਇਹ ਜਾਣ ਕੇ ਧੜੇ ਬਣਾਏ ਗਏ ਨੇ। ਜਿੰਨੇ ਅੰਮ੍ਰਿਤਧਾਰੀ ਗੁਰਸਿੱਖ ਨੇ ਸਾਰਿਆਂ ਨੇ ਮਜ਼ਹਬ ਧਾਰਿਆ ਹੋਇਆ, ਗੁਰੂ ਦਾ ਮਜ਼ਹਬ। ਇਸ ਗੁਰੂ ਨਾਨਕ ਦੇ ਘਰ ਦੇ ਤਾਂ ਕਿਸੇ ਜਾਤ ਨੂੰ ਆਖੇ ਹੀ ਨਹੀਂ ਵੀ ਆਹ ਜਾਤ ਚੰਗੀ ਹੈ, ਉਹ ਜਾਤ ਮਾੜੀ ਆ, ਉਹ ਨੀਵੀਂ ਆ, ਉੱਚੀ ਹੈ। ਜਿਹੜਾ ਗੁਰੂ ਘਰ ਦੇ ਵਿੱਚ ਉੱਚੀ ਨੀਵੀਂ ਜਾਤ ਦੀ ਗੱਲ ਕਰਦਾ ਹੈ ਉਹ ਗੁਰੂ ਘਰ ਨੂੰ ਨਹੀਂ ਮੰਨਦਾ ਹੈ, ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਜਿਹੋ ਜਿਹੇ ਕੰਮ ਕਰਨ ਲੱਗ ਗਿਆ ਉਹਦਾ ਉਹੋ ਜਿਹੇ ਨਾਂ ਰੱਖਤਾ। ਇਹ ਕੰਮਾਂ ਦੇ ਨਾਂ ਨੇ।
ਇੱਥੋਂ ਬਾਹਮਣੇ ਦਾ ਕੋਈ ਲੜਕਾ ਮਕੈਨੀਕਲ ਸਿੱਖ ਰਿਹਾ, ਗੱਡੀਆਂ ਬਣਾਉਣੀਆਂ ਸਿੱਖ ਲੈ, ਟਰੈਕਟਰ ਬਣਾਉਣੇ, ਸਮਾਣੇ ਜਾ ਕੇ ਦੁਕਾਨ ਖੋਲ੍ਹ ਲਵੇ, ਉਹਨੂੰ ਕੀ ਕਹਿ ਕੇ ਬੁਲਾਉਂਗੇ? ਮਿਸਤਰੀ। ਮਿਸਤਰੀ ਕਹਿ ਕੇ ਬੁਲਾਉਣਾ ਪੈਣਾ। ਉਹ ਕੰਮ ਮਿਸਤਰੀਆਂ ਵਾਲੇ ਕਰਨ ਲੱਗ ਗਿਆ ਨਾ, ਭਾਵੇਂ ਬਾਹਮਣਾ ਦਾ ਮੁੰਡਾ ਹੋਵੇ ਭਾਵੇਂ ਕਿਸੇ ਦਾ ਹੋਵੇ, ਉਹਨੂੰ ਲੋਕੀ ਮਿਸਤਰੀ ਨਾਂ ਰੱਖਦੇ ਨੇ। ਮਿਸਤਰੀ ਜੇ ਗੱਡੀ ਦੇਖੇ ਉਹਨੂੰ ਕੀ ਹੋਇਆ ਹੋਇਆ। ਫਿਰ ਜਾਤ ਕਿਹਦਾ ਨਾਂ? ਕੰਮਾਂ ਦੇ ਨਾਂ ਨੇ ਸਾਧ ਸੰਗਤ। ਜਦ ਗੁਰੂ ਨਾਨਕ ਦੇਵ ਮਹਾਰਾਜ ਭਾਈ ਲਾਲੋ ਦੇ ਘਰ ਠਹਿਰੇ ਹੋਏ ਸੀ ਨਾ, ਤਾਂ ਮਲਕ ਭਾਗੋ ਕਹਿੰਦਾ ਤੁਸੀਂ ਖੱਤਰੀ ਹੋ ਕੇ ਸ਼ੂਦਰ ਦੇ ਘਰੇ ਪ੍ਰਸ਼ਾਦਾ ਛਕਦੇ ਹੋ, ਤੁਸੀਂ ਆਪਣੀ ਕੁਲ ਨੀਵੀਂ ਕਰ ਦਿੱਤੀ। ਮਹਾਰਾਜ ਕਹਿੰਦੇ ਉਹ ਮਲਕ ਭਾਗੋ, ਜੇ ਮੈਂ ਭਾਈ ਲਾਲੋ ਦੇ ਘਰੇ ਪ੍ਰਸ਼ਾਦਾ ਛਕਦਾ ਤੇ ਤੂੰ ਸ਼ੂਦਰਾਂ ਦੇ ਘਰੋਂ ਕੁਛ ਨਹੀਂ ਖਾਂਦਾ? ਕਹਿੰਦਾ ਨਾ ਜੀ। ਬ੍ਰਾਹਮਣ ਨਾਲ ਵੈਸੇ ਵਿਚਾਰ ਹੋ ਰਹੇ ਸੀ ਤੇ ਮਹਾਰਾਜ ਕਹਿੰਦੇ ਜਿਹੜਾ ਤੂੰ ਪਾਣੀ ਰੱਖਦਾ ਆਪਣੇ ਕੋਲ ਲੋਟੇ 'ਚ, ਉਹ ਜਿਹੜੀ ਗੜਵੀ ਜਿਹੀ ਹੁੰਦੀ ਹੈ ਨਾ, ਟੂਟੀ ਵਾਲੀ ਨਲਕੀ ਜਿਹੀ ਲੱਗੀ ਹੁੰਦੀ ਜਿਹਨੂੰ, ਉਹਨੂੰ ਲੋਟਾ ਕਹਿੰਦੇ ਨੇ। ਕਈ ਪਿੱਤਲ ਦਾ ਲਈ ਫਿਰਦੇ ਨੇ, ਕਈ ਤਾਂਬੇ ਦਾ, ਕਈ ਮਾਤੜ ਪਲਾਸਟਿਕ ਦਾ ਵੀ ਲਈ ਫਿਰਦੇ ਹੁੰਦੇ। ਕੰਮ ਹੀ ਕਰਨਾ ਕਿਸੇ ਨਾਲ ਕਰ ਲਓ ਚਾਰ, ਉਹਨੂੰ ਲੋਟਾ ਕਹਿੰਦੇ ਨੇ, ਜਿਹਨੂੰ ਲੱਗੀ ਹੁੰਦੀ ਨਾ ਨਲਕੀ ਜਿਹੀ ਗੜਵੀ ਨੂੰ। ਕਹਿੰਦੇ ਆ ਜਿਹੜਾ ਲੋਟਾ ਹੈ ਤੇਰੇ ਕੋਲ ਮਿੱਟੀ ਦਾ, ਇਹ ਤੂੰ ਘਰੇ ਬਣਾਇਆ? ਕਹਿੰਦਾ ਨਹੀਂ ਜੀ। ਕਿਹਨਾਂ ਨੇ ਬਣਾਇਆ? ਕਹਿੰਦਾ ਇਹ ਘੁਮਿਆਰਾਂ ਨੇ ਬਣਾਇਆ ਸੀ। ਮਿੱਟੀ ਦਾ ਲੋਟਾ ਘੁਮਾਰ ਨੇ ਬਣਾਇਆ ਸੀ। ਮਹਾਰਾਜ ਕਹਿੰਦੇ ਜਦੋਂ ਭਾਂਡੇ ਬਣਾਉਂਦਾ ਤੂੰ ਖੜ ਕੇ ਕੋਲ ਦੇਖਿਆ ਕਿਵੇਂ ਬਣਦੇ ਆ? ਚੁੱਪ ਕਰ ਗਿਆ। ਕਹਿੰਦੇ ਆ ਤੇਰੇ ਹੱਥ 'ਚ ਲੋਟਾ ਫੜਿਆ, ਘੁਮਾਰ ਦੇ ਘਰੋਂ ਲੈ, ਤੂੰ ਇਹ 'ਚ ਪਾਣੀ ਪੀਣਾ? ਇਹ ਬਣਾਇਆ ਤਾਂ ਉਹਨੇ, ਘੁਮਾਰ ਨੇ। ਆ ਜਿਹੜਾ ਘਿਓ ਹੈ ਤੇਰੇ ਕੋਲ, ਜਿਹਦੇ ਨਾਲ ਤੂੰ ਜੋਤ ਜਗਾਉਣੀ ਹੈ ਜਾ ਕੇ, ਕੋਈ ਗਾਂ ਮੱਝ ਰੱਖੀ ਹੈ ਘਰ? ਨਹੀਂ ਜੀ, ਗਾਂ ਮੱਝ ਤਾਂ ਕੋਈ ਨਹੀਂ ਰੱਖੀ ਹੈ। ਸਾਧ ਸੰਗਤ ਜੀ, ਫਿਰ ਇਹ ਘਿਓ ਕਿੱਥੋਂ ਲਿਆਂਦਾ? ਕਹਿੰਦਾ ਗੁੱਜਰਾਂ ਦੇ ਘਰੋਂ ਲਿਆਂਦਾ। ਉਹ ਮੱਝਾਂ ਰੱਖਦੇ ਆ ਗੁੱਜਰ, ਉਹਨਾਂ ਕੋਲੋਂ ਲਿਆ ਕੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੈਨੂੰ ਪਤਾ ਜਦੋਂ ਦੁੱਧ ਚੁੰਦੇ ਹੁੰਦੇ ਮੱਝਾਂ ਦਾ, ਹੱਥਾਂ ਦੀ ਮੈਲ ਵਿੱਚ ਹੀ ਉਹ ਹੋਰ ਕੰਮ ਵੀ ਕਰਦੇ ਨੇ। ਉਹ ਗਾਵਾਂ ਚੋਕ ਨੇ ਵਿੱਚ ਫਿਰ ਥੁੱਕਦੇ ਆ। ਆਪਾਂ ਵੀ ਲਿਆ ਕੇ ਪੀਂਦੇ ਹੋਵਾਂਗੇ, ਬੜਾ ਵਧੀਆ ਦੁੱਧ ਹੁੰਦਾ ਨਾ, ਅਸਲੀ ਦੁੱਧ। ਪੀਆ ਕੋ ਲਿਆ ਕੇ, ਸਿਹਤ ਬਣ ਜਾਏਗੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹ ਜਿਹੜਾ ਤੂੰ ਘਿਓ ਲੈਂਦਾ ਗੁੱਜਰਾਂ ਦੇ ਘਰੋਂ, ਤੈਨੂੰ ਪਤਾ ਉਹ ਜਦੋਂ ਮੱਝਾਂ ਚੁੰਦੇ ਨੇ ਵਿੱਚ ਆਪ ਵੀ ਚੁੰਗੀ ਜਾਂਦੇ, ਉਹਦਾ ਕਟਰੂ ਵੀ ਚੁੰਗੀ ਜਾਂਦਾ, ਵਿੱਚ ਹੀ ਦੁੱਧ ਚੋਈ ਜਾਂਦਾ। ਤੇ ਤੂੰ ਵੱਡਾ ਕਰਮ ਕੰਢੀ ਬਣਿਆ ਫਿਰਦੇ ਜੋਤ ਜਗਾਉਣੇ ਜਾ। ਆ ਜਿਹੜੀ ਧੋਤੀ ਬੰਨੀ ਹੈ ਰੇਸ਼ਮ ਦੀ, ਪੰਡਿਤ ਜੀ ਬੜੀ ਸੋਹਣੀ ਲੱਗਦੀ ਹੈ ਰੇਸ਼ਮ ਦੀ ਧੋਤੀ ਹੈ। ਇਹ ਰੇਸ਼ਮ ਕਿੱਥੋਂ ਆਇਆ? ਘਰੇ ਮਸ਼ੀਨ ਲਾਈ ਰੇਸ਼ਮ ਬਣਾਉਂਦੇ ਹੋ? ਹੈ ਨਹੀਂ ਜੀ, ਇਹ ਤਾਂ ਕੀੜੇ ਦੇ ਮਗਰੋਂ ਤੰਦ ਨਿਕਲਦੀ ਹੈ। ਕੀੜਾ ਰੇਸ਼ਮ ਪੈਦਾ ਕਰਦਾ ਸੀ, ਹੁਣ ਤਾਂ ਚਲੋ ਪਾਬੰਦੀ ਲੱਗ ਗਈ ਹੈ। ਪਹਿਲਾਂ ਰੇਸ਼ਮ ਵਾਲੇ ਕੀੜੇ ਪਾਲੇ ਜਾਂਦੇ ਸੀ ਤਾਂ ਰੇਸ਼ਮ ਪੈਦਾ ਹੁੰਦਾ ਸੀ। ਕੀੜੇ ਦੇ ਮਗਰੋਂ ਤੰਦ ਨਿਕਲਦੀ ਹੈ ਰੇਸ਼ਮ ਦੀ। ਆ ਜਿਹਦੀ ਤੂੰ ਧੋਤੀ ਬਣਾਈ ਫਿਰਦਾ ਨਾ, ਇਹ ਕੀੜੇ ਦੇ ਮਗਰੋਂ ਰੇਸ਼ਮ ਨਿਕਲਿਆ। ਤੂੰ ਸਾਰਾ ਕੁਝ ਸ਼ੂਦਰਾਂ ਦੇ ਘਰ ਦਾ ਖਾਣਾ ਹੈ ਤੇ ਤੂੰ ਭਾਈ ਲਾਲੋ ਨੂੰ ਸ਼ੂਦਰ ਕਹਿੰਦਾ? ਸ਼ੂਦਰ ਉਹ ਜਿਹਦਾ ਕਰਮ ਨੀਚ ਹੈ, ਜਿਹੜਾ ਕਰਮ ਨੀਵੇਂ ਕਰਦਾ। ਕਿਸੇ ਜਾਤੀ ਦਾ ਬੰਦਾ ਜਿਹੜਾ ਨੀਵੇਂ ਕਰਮ ਕਰਦਾ ਹੈ ਉਹ ਸ਼ੂਦਰ ਹੈ। ਉੱਚਾ ਕੌਣ ਹੈ? ਜਿਹੜਾ ਉੱਚੇ ਕਰਮ ਕਰਦਾ। ਕੋਈ ਜਾਤੀ ਨੀਵੀਂ ਨਹੀਂ, ਕੋਈ ਸਰੀਰ ਨੀਵਾਂ ਨਹੀਂ ਹੋ ਸਕਦਾ। ਜਿਹੜਾ ਨੀਚ ਕਰਮ ਕਰਦਾ ਉਹ ਨੀਚ ਹੈ, ਜਿਹੜਾ ਉੱਚੇ ਕਰਮ ਕਰਦਾ ਕਰਮ ਕਰਕੇ ਉੱਚਾ ਹੈ ਤੇ ਕਰਮ ਕਰਕੇ ਨੀਵਾਂ ਹੈ। ਸਰੀਰ ਕਰਕੇ ਕੋਈ ਉੱਚਾ ਨੀਵਾਂ ਨਹੀਂ ਹੈ। ਇਹ ਸਾਡੇ ਚੋਂ ਕੱਢਿਆ ਗੁਰੂ ਜੀ ਨੇ। ਇੱਕ ਬਾਟਾ ਬਣਾਇਆ, ਇੱਕ ਪੰਗਤ ਬਣਾਈ, ਇੱਕ ਸੰਗਤ ਬਣਾਈ, ਇੱਕੋ ਹੀ ਬਾਣੀ ਦਾ ਉਪਦੇਸ਼ ਦਿੱਤਾ। ਆਪਾਂ ਗੁਰੂ ਦਾ ਹੁਕਮ ਨਹੀਂ ਮੰਨਿਆ, ਅਸੀਂ ਗੁਰਦੁਆਰੇ ਵੀ ਲਹਿਦਾ ਬਣਾ ਲਏ।
ਇਹ ਰਾਮਗੜੀਆਂ ਦਾ ਗੁਰਦੁਆਰਾ, ਇਹ ਰਵਿਦਾਸੀਆਂ ਦਾ ਗੁਰਦੁਆਰਾ, ਜੱਟਾਂ ਦਾ ਗੁਰਦੁਆਰਾ। ਗੁਰਦੁਆਰੇ ਲਹਿਦਾ ਬਣਾ ਕੇ ਬਹਿ ਗਏ। ਫਿਰ ਤਾਂ ਭਗਤ ਧੰਨੇ ਦੀ ਬਾਣੀ ਜੱਟ ਦੀ ਲਹਿਦਾ ਹੋਣੀ ਚਾਹੀਦੀ ਸੀ, ਰਵਿਦਾਸ ਜੀ ਦੀ ਲਹਿਦਾ ਹੋਣੀ ਚਾਹੀਦੀ ਸੀ। ਤੇ ਗੁਰੂ ਗ੍ਰੰਥ ਸਾਹਿਬ ਤਾਂ ਸਾਰੇ ਬੈਠੇ ਨੇ, ਭਗਤ ਕਬੀਰ ਜਲਾਹਾ ਵੀ ਬੈਠਾ ਹੈ, ਨਾਮਦੇਵ ਸ਼ਿੰਬਾ ਜੀ ਬੈਠੇ ਨੇ, ਸੈਣ ਨਾਈ ਵੀ ਬੈਠਾ ਹੈ, ਇੱਥੇ ਬੈਠੇ ਨੇ ਭਗਤ ਲੋਚਨ ਪੰਡਤ ਵੀ ਵਿੱਚ ਹੀ ਆਏ, ਜੱਟ ਵਿੱਚ ਹੀ, ਸਾਰੇ ਤਾਂ ਇਕੱਠੇ ਨੇ। ਤੇ ਤੁਸੀਂ ਗੁਰਦੁਆਰੇ ਲਹਿਦਾ ਬਣਾਏ ਨੇ। ਚਲੋ ਗੁਰਦੁਆਰੇ ਬਣਾ ਲਏ ਤੇ ਗੁਰੂ ਕਿਹੜਾ ਪ੍ਰਕਾਸ਼ ਕੀਤਾ? ਇੱਕੋ ਹੀ, ਮੱਥਾ ਇੱਕੋ ਗੁਰੂ ਨੂੰ ਫੇਰ ਟੇਕ ਰਹੇ। ਆਹ ਜਿਹੜੇ ਕੰਧਾਂ ਵਿੱਚੋਂ ਕੱਢਣੀਆਂ ਸੀ ਨਾ ਆਪਾਂ, ਉਹ ਨਹੀਂ ਕੱਢੀਆਂ। ਹੁਣ ਪੱਥਰ ਲਾ ਕੇ ਪੱਕੀਆਂ ਬਣਾ ਲਈਆਂ ਸਨ। ਆਪਾਂ ਨੂੰ ਮੂਰਖ ਬਣਾਇਆ, ਵੰਡ ਕੇ ਝਗੜੇ ਕਰਾਏ, ਉਹੀ ਆਪਾਂ ਕਰ ਰਹੇ ਹਾਂ ਹੁਣ ਫੇਰ, ਤਾਂ ਹੀ ਤਾਂ ਕੁੱਟ ਖਾ ਰਹੇ ਹਾਂ। ਜੇ ਕਿਤੇ ਸੱਚੇ ਪਾਤਸ਼ਾਹ ਦੇ ਉਪਦੇਸ਼ ਨਾਲ ਜੁੜ ਜਾਂਦੇ ਨਾ, ਅਸੀਂ ਤਾਂ ਗੁਰੂ ਮਾਨ ਨੂੰ ਮੰਨਦੇ ਹਾਂ। ਮੰਨਦੇ ਕਿੰਨਾ ਬਈ? ਨਹੀਂ, ਉਹਨਾਂ ਦੇ ਉਪਦੇਸ਼ ਨੂੰ ਮੰਨਣਾ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਸਤਿਗੁਰੂ ਮਹਾਰਾਜ ਕਹਿੰਦੇ ਹਰੀ ਤੇ ਹਰੀ ਦਾ ਜਨ ਇੱਕ ਰੂਪ ਹੀ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਦੋਂ ਕਮਾਈ ਕਰਦਾ ਨਾਮ ਜਪਦਾ ਨਾਮੀ ਚ ਭੇਦ ਹੋ ਜਾਂਦਾ ਹੈ, ਇੱਕ ਰਹਿ ਜਾਂਦਾ ਪਰਮਾਤਮਾ। ਅਵਸਥਾ ਇੱਕੋ ਹੋ ਜਾਂਦੀ ਹੈ, ਪਰ ਸੇਵਕ ਅਖਵਾਉਂਦਾ ਹੈ ਤੇ ਗੁਰੂ ਹੁੰਦਾ। ਜੇ ਮਹਾਰਾਜ ਬਚਨ ਕਰਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਸਾਧ ਸੰਗਤ ਜੀ, ਜਦੋਂ ਪਹਿਲੀ ਕਲਾਸ 'ਚ ਬੱਚਾ ਦਾਖਲ ਹੁੰਦਾ, ਉਹ ਵੀ ਸਟੂਡੈਂਟ ਹੀ ਹੁੰਦਾ ਹੈ। ਜਦੋਂ ਪੜ੍ਹਦਾ MA 'ਚ ਚਲੇ ਜਾਂਦਾ, ਫਿਰ ਵੀ ਸਟੂਡੈਂਟ ਹੀ ਹੁੰਦਾ ਉਹ। ਪਰ ਪਹਿਲੀ ਤੇ MA ਦੇ ਵਿੱਚ 20 ਸਾਲ ਲੱਗਦੇ ਨੇ, ਫਿਰ MA 'ਚ ਪਹੁੰਚਦਾ। ਜਿਹਨੇ ਅੱਜ ਅੰਮ੍ਰਿਤ ਛਕਿਆ, 5 ਰਹਿਤਾਂ ਦਾ ਧਾਰਨੀ, ਰਹਿਤਾਂ ਦਾ ਤਿਆਗੀ ਹੋ ਗਿਆ, ਨਿਤਨੇਮ ਕਰਨ ਲੱਗ ਪਿਆ, ਉਹ ਵੀ ਖਾਲਸਾ ਹੈ। ਪਰ ਉਹਦੀ ਮੰਜ਼ਿਲ ਕਿੱਥੇ ਹੈ? ਉਹਨੇ ਪਹੁੰਚਣਾ ਕਿੱਥੇ ਹੈ? ਗੁਰੂ ਦਾ ਰੂਪ ਕਿੱਥੇ ਜਾ ਕੇ ਬਣਨਾ ਹੈ? ਆਤਮ ਰਸ ਜੇ ਜਾਣੀ, ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਪੇ। ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜਾ ਖਾਲਸਾ ਆਤਮਦਰਸ਼ੀ ਹੋ ਗਿਆ, ਆਤਮ ਗਿਆਨ ਹੋ ਗਿਆ, ਉਹਦੇ ਵਿੱਚ ਮੇਰੇ ਵਿੱਚ ਤੇ ਪਰਮੇਸ਼ਰ ਵਿੱਚ ਰੰਚਕ ਭਰ ਵੀ ਫਰਕ ਨਹੀਂ ਹੈ। ਕਲਗੀਧਰ ਪਾਤਸ਼ਾਹ ਦਾ ਬਚਨ ਹੈ, ਜਿਹੜਾ ਖਾਲਸਾ ਆਤਮਦਰਸ਼ੀ ਹੋ ਗਿਆ, ਆਤਮਿਕ ਸਥਿਤੀ ਹੋ ਗਈ, ਆਤਮ ਗਿਆਨ ਹੋ ਗਿਆ ਜਿਹਨੂੰ, ਉਹਦੇ ਵਿੱਚ ਮੇਰੇ ਵਿੱਚ ਤੇ ਪਰਮੇਸ਼ਰ ਵਿੱਚ ਰੰਚਕ ਭਰ ਵੀ ਫਰਕ ਨਹੀਂ ਹੈ। ਇਸ ਕਰਕੇ ਅਸੀਂ ਤਪੱਸਿਆ ਕਰਦੇ ਇੱਕ ਰੂਪ ਹੋ ਗਏ। ਇਹ ਵਿਦ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹੋਇ ਗਏ। ਭੇਦ ਹੋ ਗਏ। ਇਹ 5 ਅਵਸਥਾ ਨੇ, ਸੁਣਨਾ, ਮੰਨਣਾ, ਅਮਲ ਕਰਨਾ, ਸਾਖਿਆਤ ਹੋਣਾ ਤੇ ਭੇਦ ਹੋ ਜਾਣਾ। ਇਹ 5 ਅਵਸਥਾ ਨੇ। ਪਹਿਲਾਂ ਸੁਣਨਾ। ਤੁਸੀਂ ਸੁਣਿਆ ਕਿ ਬ੍ਰਹਮਣਾ ਹਰੇਕ ਸਾਲ ਦੀਵਾਨ ਲੱਗਦੇ ਨੇ, ਐਤਕੀ ਫਰਵਰੀ 'ਚ ਨੇ, ਅੱਗੇ ਮਾਰਚ 'ਚ ਲੱਗਦੇ ਹੁੰਦੇ। ਵੀ ਸੁਣਿਆ ਤੁਸੀਂ ਬ੍ਰਹਮਣੇ ਦੀਵਾਨ ਲੱਗਣਾ, ਜਾਂ ਪੋਸਟਰਾਂ ਤੇ ਪੜ੍ਹ ਲਿਆ ਜਾਂ ਸੁਣ ਲਿਆ। ਮਨ ਨੇ ਮੰਨਿਆ, ਚਲੋ ਕੋਈ ਕੰਮਕਾਰ ਵੀ ਐਡਾ ਹੈ ਨਹੀਂ, ਕੱਖ ਕੰਡਾ ਉਹ ਆਪਾਂ ਸਵੇਰੇ ਕਰ ਲਿਆ, ਆ ਕੇ ਸ਼ਾਮ ਨੂੰ ਮਾੜਾ ਮੋਟਾ ਕਰ ਲਾਂ। ਜੇ 2 ਘੜੀਆਂ ਸਤਸੰਗ ਕਰਾਂਗੇ, ਗੁਰੂ ਮਹਾਰਾਜ ਦੇ ਦਰਸ਼ਨ ਕਰਾਂਗੇ, ਕਥਾ ਕੀਰਤਨ, ਮਨ ਨੇ ਮੰਨ ਲਿਆ ਵੀ ਚੱਲਾਂਗੇ। ਫਿਰ ਅਮਲ ਕੀਤਾ, ਚੱਲ ਪਏ ਗੁਰੂ ਘਰ ਵੱਲ, ਇੱਥੇ ਸੱਚੇ ਪਾਤਸ਼ਾਹ ਦੇ ਦਰਬਾਰ ਵੱਲ। ਇਹਨੂੰ ਕਹਿੰਦੇ ਨੇ ਅਮਲ ਕਰਨਾ, ਚੱਲ ਪੈਣਾ ਉਸ ਰਸਤੇ ਤੇ, ਕਮਾਈ ਸ਼ੁਰੂ ਕਰ ਦੇ। ਜਦੋਂ ਅਮਲ ਕੀਤਾ
ਤੇ ਸਾਖਿਆਤ ਹੋ ਗਿਆ ਵੀ ਮਹਾਰਾਜ ਦਾ ਪੰਡਾਲ ਲੱਗਿਆ ਹੋਇਆ ਹੈ, ਮਹਾਰਾਜ ਦਾ ਪ੍ਰਕਾਸ਼ ਹੈ, ਕਥਾ ਕੀਰਤਨ ਹੋ ਰਿਹਾ ਸਾਹਮਣੇ, ਸਾਖਿਆਤ ਹੋ ਜਾਣਾ ਸਾਹਮਣੇ। ਹੁਣ ਆਪਾਂ ਭੇਦ ਹੋਏ ਕਿ ਆਪਾਂ ਆਨੰਦ ਮਾਣ ਰਹੇ ਹਾਂ। ਇਹ 5 ਅਵਸਥਾ ਹੁੰਦੀਆਂ। ਪਰਮਾਤਮਾ ਦੇ ਵਿੱਚ ਭੇਦ ਹੋ ਗਏ। ਕਲਗੀਧਰ ਬਾਦਸ਼ਾਹ ਕਹਿੰਦੇ ਅਸੀਂ ਇੱਕ ਰੂਪ ਹੋ ਗਏ ਪਰਮੇਸ਼ਰ ਵਿੱਚ ਤੇ ਪਰਮੇਸ਼ਰ ਦੇ ਪਿਆਰੇ ਵਿੱਚ। ਸੱਚੇ ਪਾਤਸ਼ਾਹ ਕਹਿੰਦੇ ਜੇ ਭੇਦ ਅਵਸਥਾ ਹੋ ਗਈ, ਇਹ ਨਹੀਂ ਸਾਡੇ ਨੂੰ ਕੱਪੜੇ ਪਾਈ ਫਿਰਦਾ ਤੇ ਉਹ ਵੀ ਆਖੇ ਜੀ ਮੈਂ ਹਰ ਕਾ ਸੇਵਕ ਹਾਂ ਜੀ, ਹਰ ਹੀ ਜੇ ਹਾਂ ਜੀ ਮੈਂ। ਅਰਦਾਸ ਕਰੇ ਕਿ ਗੁਰੂ ਦੇ ਸੇਵਕ ਬਣ ਗਈ, ਰੀਸਾਂ ਨਾ ਕਰੇ ਕਦੇ। ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ। ਜਦੋਂ ਰੀਸਾਂ ਕਰਾਂਗੇ ਨਾ ਫਿਰ ਆਪਾਂ ਤੇ ਸਾਧ ਸੰਗਤ ਫਿਰ ਜੇ ਜੜੋਂ ਦਰਖਤ ਪੱਟਦੀ ਨਾ ਜੜ ਤੋਂ, ਮੁੜ ਕੇ ਹਰਾ ਨਹੀਂ ਹੁੰਦਾ ਕਦੇ। ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ। ਫਿਰ ਅੰਦਰ ਹੰਕਾਰ ਪੈਦਾ ਆ ਜਾਏਗਾ ਤੇਰੇ, ਮੈਂ ਤਾਂ ਉਹਦੇ ਵਰਗਾ ਹੀ ਹਾਂ ਜੀ। ਇੱਕ ਧਾਰਨਾ ਪੜ੍ਹ ਰਿਹਾ ਸੀ ਰਾੜਾ ਸਾਹਿਬ, ਸੰਤ ਮਹਾਰਾਜ ਭੋਰੇ 'ਚ ਟਹਿਲ ਰਹੇ ਸੀ। ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ। ਸਭੈ ਉਡਾਨੀ ਭਰਮ ਕੀ ਟਾਟੀ ਰਹੇ ਨ ਮਾਇਆ ਬੰਦੀ। ਦੁਚਿੱਤੇ ਕੀ ਦੋਇ ਥੂਨ ਗਰਾਨੀ ਮੋਹ ਬਲੇਂਡਾ ਟੂਟਾ। ਤ੍ਰਿਸ਼ਨਾ ਸ਼ਾਨ ਪਰੀ ਕਟ ਪੀਤਰ ਦੁਰਮਤ ਭਾਂਡਾ ਫੂਟਾ। ਇਹ ਬਚਨ ਤਾਂ ਹੈਗਾ ਬਾਣੀ 'ਚ। ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਭਰਮਾਂ ਦੇ ਸੁੱਕੇ ਕੱਖ ਸਭ ਉਡਾ ਕੇ ਲੈ ਜਾਂਦੀ। ਧਾਰਨਾ ਪੜ ਰਿਹਾ ਸੀ ਉਹ। ਸੰਤ ਮਾਰ ਨੇ ਸੁਣਿਆ, ਉਹ ਜੋ ਕੀਰਤਨ ਕਰਕੇ ਹਟਿਆ ਉਹਨੂੰ ਬੁਲਾਇਆ। ਕਹਿੰਦੇ ਆ ਗਈ ਗਿਆਨ ਦੀ ਹਨੇਰੀ ਕਿ ਅਗਿਆਨ ਦੀ ਹਨੇਰੀ ਆਈ ਹੋਈ ਹੈ? ਕਹਿੰਦੇ ਬੇਨਤੀਆਂ ਕਰਨੀਆਂ ਚਾਹੀਦੀਆਂ ਗੁਰੂ ਮਹਾਰਾਜ ਦੀ। ਕੀਰਤਨ ਹੈ ਜਿਹੜਾ ਬੇਨਤੀਆਂ ਕਰਨੀਆਂ ਸੱਚੇ ਪਾਤਸ਼ਾਹ ਦੇ। ਉਹ ਸ਼ਬਦ ਪੜ੍ਹਨੇ ਜਿਹੜੇ ਸਾਡੇ ਤੇ ਢੁਕਦੇ ਹੀ ਨਹੀਂ। ਲੀਲਾ ਮੰਗਦੇ ਫਿਰਦੇ ਆ, 4 ਕੁ ਪੈਸੇ ਦੇ ਦੀ ਮੈਨੂੰ, 4 ਪੈਸੇ ਮੈਨੂੰ ਘੱਲੀ ਤੇ ਰੀਸਾਂ। ਅਸੀਂ ਹਰ ਜੀ ਵਰਗੇ ਜੀ, ਖਾਲਸੇ ਪ੍ਰਮਾਤਮਾ ਵਰਗੇ ਜੀ, ਗੁਰੂ ਵਰਗੇ ਜੀ, ਬ੍ਰਹਮ ਗਿਆਨੀ ਜੀ। ਮਹਾਂਪੁਰਸ਼ ਕਹਿੰਦੇ ਬੇਨਤੀਆਂ ਕਰਨੀਆਂ। ਜਦੋਂ ਧਾਰਨਾ ਪੜ੍ਹਨੀ ਸੰਤ ਮਹਾਰਾਜ ਨੇ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਬੇਨਤੀਆਂ ਕਰਨੀਆਂ ਪਰਮਾਤਮਾ ਦੇ, ਜਾਂ ਉਹਦੀ ਫਿਰ ਕੀਰਤੀ ਗਾਇਨ ਕਰਨੀ, ਉਹਦੇ ਪਰਮਾਤਮਾ ਦੇ ਗੁਣ ਗਾਉਣੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨ। ਤੂੰ ਬੇਅੰਤ ਕੋਈ ਵਿਰਲਾ ਜਾਣਾ ਹੈ, ਉਹਦੇ ਗੁਣ ਗਾਉਣੇ ਪਰਮਾਤਮਾ ਦੇ ਨਾਮ। ਕੀਰਤੀ ਗਾਇਨ ਕਰਨ ਦਾ ਨਾਮ ਕੀਰਤਨ ਹੈ। ਹੰਕਾਰ ਨਹੀਂ, ਰੀਸਾਂ ਨਹੀਂ ਕਰਨੀ। ਸਾਧ ਸੰਗਤ ਜੀ ਫਿਰ ਉਹਨਾਂ ਦੀ ਅਵਸਥਾ ਇੱਕ ਹੋ ਜਾਂਦੀ ਹੈ, ਭੇਦ ਅਵਸਥਾ ਹੋ ਜਾਂਦੀ। ਪਰ ਜੇ ਉਹਨਾਂ ਨੂੰ ਪੁੱਛੀਏ ਤੁਸੀਂ ਭੇਦ ਹੋ, ਕਹਿੰਦੇ ਨਹੀਂ ਜੀ ਅਸੀਂ ਤਾਂ ਅਜੇ ਸੇਵਕ ਵੀ ਨਹੀਂ ਬਣੇ, ਅਜੇ ਸੇਵਕ ਬਣਨਾ ਹੀ ਸਿੱਖ ਰਹੇ। ਜਿੰਨੀ ਅਵਸਥਾ ਉੱਚੀ ਹੋ ਜਾਂਦੀ ਉਨੀ ਨਿਮਰਤ ਅੰਦਰ ਜ਼ਿਆਦੀ ਆ ਜਾਂਦੀ ਹੈ। ਜਦੋਂ ਬੇਰੀ ਨੂੰ ਬੇਰ ਲੱਗਦੇ ਨਾ, ਫਿਰ ਉਹਦੇ ਟਾਹਣੀਆਂ ਝੁੱਕ ਕੇ ਥੱਲੇ ਨੂੰ ਹੋ ਜਾਂਦੀਆਂ। ਕਿਸੇ ਦਰਖਤ ਨੂੰ ਫਲ ਜਦੋਂ ਲੱਗਦੇ ਆ ਨਾ, ਉਹ ਫਿਰ ਟਾਹਣੀਆਂ ਥੱਲੇ ਨੂੰ ਝੁਕ ਜਾਂਦੀਆਂ, ਸਮਝੋ ਕਿਰਪਾ ਹੋ ਗਈ ਹੈ। ਤੇ ਜੇ ਹੰਕਾਰ ਹੈ ਨਾ ਅੰਦਰ, ਆਕੜ ਹੈ, ਤੇ ਸਮਝ ਲਿਆ ਜੇ ਤੂੰ ਉਹਦੇ ਫਲ ਤਾਂ ਲੱਗਦੇ ਨੇ ਛੋਟੇ ਛੋਟੇ, ਪਰ ਉਹਦੀ ਟਾਹਣੀਆਂ ਉਹ ਤਾਂ ਹੀ ਰਹਿੰਦੀਆਂ। ਸਮਝੋ ਜੇ ਕੱਖ ਨਹੀਂ ਬਣਿਆ, ਪੱਲੇ ਦੇ ਪਿਆ ਕੱਖ ਨਹੀਂ ਹੈ, ਅਜੇ ਤਾਂ ਅੰਦਰ ਹੰਕਾਰ ਹੈ। ਹੰਕਾਰ ਤਾਂ ਰੱਬ ਤੋਂ ਪਰਾਂ ਨੂੰ ਲਈ ਜਾਂਦਾ ਨਾ, ਸਗੋਂ ਵੀ ਇੱਧਰ ਨੂੰ ਜਾ, ਰੱਬ ਇੱਧਰ ਹੈ। ਇਸ ਕਰਕੇ ਫਿਰ ਉਹਨਾਂ ਦੇ ਅੰਦਰ ਅੱਤ ਦੀ ਗਰੀਬੀ ਆ ਜਾਂਦੀ ਹੈ, ਨਿਮਰਤਾ ਆ ਜਾਣੀ। ਤੇ ਜਦੋਂ ਭੇਦ ਹੋ ਜਾਂਦਾ, ਇੱਕ ਰੂਪ ਹੋ ਜਾਂਦਾ ਨਾ, ਕਮਾਈ ਕਰਦਾ ਕਰਦਾ ਸੇਵਕ, ਫਿਰ ਗੁਰੂ ਉਹ ਤੋਂ ਸੇਵਾ ਲੈਂਦਾ ਹੈ। ਪਹਿਲਾਂ ਸਕੂਲ ਦੇ ਵਿੱਚ ਬੱਚਾ ਪੜ੍ਹਦਾ ਹੈ, ਮੈਟ੍ਰਿਕ ਕਰਦਾ ਹੈ, ਫਿਰ BA MA ਕਰਕੇ ਫਿਰ B.Ed ਕਰਦਾ ਹੈ। ਉਹਨੂੰ ਫਿਰ ਅਧਿਕਾਰ ਮਿਲ ਜਾਂਦਾ ਵੀ ਇਹਨੂੰ ਅਧਿਕਾਰ ਹੈ ਪੜ੍ਹਾਉਣ ਦਾ। ਇਹਨੇ B.Ed ਕਰ ਲਈ, ਡਿਗਰੀ ਮਿਲ ਗਈ,
ਫਿਰ ਉਹਦੀ ਕਿਸੇ ਸਕੂਲ ਦੇ ਵਿੱਚ ਡਿਊਟੀ ਲੱਗਦੀ ਵੀ ਤੁਸੀਂ ਪੜ੍ਹਾਓ ਅੱਗੇ ਜਾ ਕੇ, ਤੈਨੂੰ ਅਧਿਕਾਰ ਹੋ ਚੁੱਕਾ ਹੈ। ਪਹਿਲਾਂ ਗੁਰੂ ਕਿਰਪਾ ਕਰਦਾ ਸਿੱਖ ਤੇ, ਸਿੱਖ ਕਮਾਈ ਕਰਦਾ, ਸਾਧਨਾ ਕਰਦਾ, ਜਪ ਤਪ ਕਰਦਾ ਹੈ। ਜਦੋਂ ਸਾਧਨਾ ਸੰਪੰਨ ਹੋ ਜਾਂਦਾ ਹੈ, ਫਿਰ ਗੁਰੂ ਤੋਂ ਅੱਗੇ ਸੇਵਾ ਲੈਂਦਾ। ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਉਹ ਜਪਾ ਸਕਦਾ ਜਿਹਨੇ ਆਪ ਜਪਿਆ ਹੋਇਆ, ਉਹ ਪੜ੍ਹਾ ਸਕਦਾ ਜਿਹੜਾ ਆਪ ਪੜ੍ਹਿਆ ਹੋਇਆ। ਫਿਰ ਗੁਰੂ ਅੱਗੇ ਉਹਦੀ ਡਿਊਟੀ ਲਾਉਂਦਾ। ਕਲਗੀਧਰ ਪਾਤਸ਼ਾਹ ਕਹਿੰਦੇ ਇਹ ਬਿਦ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹੋਵੇ ਗਇਓ। ਇੱਕ ਰੂਪ ਹੋ ਗਏ। ਤੇ ਕਾਲ ਪੁਰਖ ਨੇ ਮੈਨੂੰ ਬੁਲਾ ਕੇ ਆਖਿਆ ਹੈ, ਪਰਮ ਪਿਤਾ ਨੇ ਆਖਿਆ ਕਾਲ ਪੁਰਖ ਨੇ ਕਿ ਜਾਓ ਤੁਸੀਂ ਮਾਤ ਲੋਕ ਤੇ ਖਾਲਸਾ ਪੰਥ ਸਾਜਣ ਦੀ ਮੈਨੂੰ ਸੇਵਾ ਲਾਈ ਗਈ। ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਵੇ ਕੋ ਸਾਜਾ। ਜਾਏ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਨ ਪਕੜ ਪਛਾਰੋ। ਆਪਾਂ ਪੜ੍ਹਦੇ ਆ ਨਾ ਦੋਹਰਾ, ਜਦੋਂ ਅਰਦਾਸ ਕਰਦੇ ਆ, ਆਗਿਆ ਭਈ ਅਕਾਲ ਕੀ ਤਬੈ ਚਲਾਇਓ। ਆਪਣੀ ਮਰਜ਼ੀ ਨਾਲ ਤਾਂ ਨਹੀਂ ਚਲਾਇਆ, ਇਹ ਕਿਸੇ ਬੰਦੇ ਦਾ ਤਾਂ ਨਹੀਂ ਖਾਲਸਾ। ਇੱਥੇ ਬੰਦਿਆਂ ਦੇ ਬੜੇ ਧਰਮ ਚੱਲੇ, ਚੱਲ ਚੱਲ ਕੇ ਬੜੇ ਖਤਮ ਹੋ ਗਏ। ਹਰ ਇੱਕ ਦੁਨੀਆ ਦੀ ਤਾਕਤ ਖਾਲਸੇ ਨੂੰ ਮੇਟਣ ਆਈ ਹੈ, ਖਤਮ ਕਰਨ ਆਈ ਹੈ। ਮੁਗਲਾਂ ਨੇ ਬੜਾ ਜ਼ੋਰ ਲਾਇਆ, ਇੱਥੋਂ ਤੱਕ ਕਿ ਸਿੱਖਾਂ ਦਾ ਸ਼ਿਕਾਰ ਕਰਦੇ ਫਿਰਦੇ ਸੀ ਲੋਕ। ਸਿੱਖ ਮਿਲ ਜਾਏ ਜਿਉਂਦਾ ਤੇ 100 ਰੁਪਇਆ ਮਿਲ ਜਾਏਗਾ, ਸਿੱਖ ਦਾ ਸਿਰ ਵੱਢ ਕੇ ਲੈ ਜਾਣਗੇ ਤੇ 80 ਰੁਪਏ ਮਿਲ ਜਾਣਗੇ। ਇਹ ਵੀ ਟਾਈਮ ਲੰਘਿਆ ਖਾਲਸੇ ਤੇ ਕਿੰਨੇ ਕੁ ਸਿਰ ਲੈ ਕੇ ਜਾ ਰਹੇ ਸੀ। ਗੱਡੇ ਭਰੇ ਲਾਹੌਰ ਤੋਂ ਦਿੱਲੀ ਨੂੰ ਜਾ ਰਹੇ ਸੀ ਸਿੱਖਾਂ ਦੇ ਸਿਰਾਂ ਦੇ, ਜਿਵੇਂ ਕਪਾਹ ਲੱਦੀ ਜਾਂਦੇ ਹੁੰਦੇ। ਗੱਡੇ ਭਰੇ ਹੋਏ ਸਿੱਖਾਂ ਦੇ ਸਿਰਾਂ ਦੇ, ਗੱਡੇ ਨਾਲ ਗੱਡਾ ਜੁੜਿਆ ਜਾ ਰਿਹਾ। ਇੰਨੇ ਕੁ ਸਿੱਖਾਂ ਦੇ ਸਿਰ ਲਾਹ ਲਏ। ਕਹਿੰਦੇ ਹੁਣ ਸਿੱਖ ਧਰਤੀ ਤੇ ਨਹੀਂ ਰਿਹਾ ਕੋਈ, ਮੁੱਕ ਗਏ ਸਾਰੇ, ਮੁਕਾ ਦਿੱਤੇ, ਹੁਣ ਨਹੀਂ ਹੈਗਾ ਕੋਈ। ਤੇ ਗਰਜਾ ਸਿੰਘ ਤੇ ਬੋਤਾ ਸਿੰਘ ਝਾੜ 'ਚ ਬੈਠੇ ਸੀ। ਦਿਨੇ ਵੀ ਰਾਤ ਨੂੰ ਚੱਲਾਂਗੇ ਤੇ ਲੰਘੀ ਜਾਂਦੇ ਸੀ ਮੁਸਾਫਰ। ਉਹ ਕਹਿੰਦੇ ਦੋ ਸਿੱਖ ਬੈਠੇ ਲੱਗਦੇ ਝਾੜ ਦੇ ਵਿੱਚ, ਆ ਜਿਹੜੇ ਦੋ ਬੈਠੇ। ਉਹ ਦੂਜਾ ਕਹਿੰਦਾ ਬਰੂਪੀ ਹੋਣਗੇ, ਬਰੂਪੀ। ਇੱਥੇ ਕਿਤੇ ਸਿੱਖ ਧਰਤੀ ਤੇ ਨਹੀਂ ਜਾਏਗਾ, ਸਿੱਖ ਖਤਮ ਹੋ ਗਿਆ। ਹੁਣ ਵੀ ਮਸੂਬੇ ਬਣਾ ਰਹੇ ਨੇ ਖਤਮ ਕਰਨ। ਜਿਹਦਾ ਆਪਣਾ ਮਾੜਾ ਟਾਈਮ ਆ ਜਾਵੇ ਖਤਮ ਹੋਣ ਦਾ, ਉਹ ਫਿਰ ਇਹਨਾਂ ਨੂੰ ਖਤਮ ਕਰਨ ਲੱਗਦਾ। ਜਿਹੜਾ ਕਹਿੰਦਾ ਤੇਰੇ ਭਾਣੇ ਸਰਬੱਤ ਦਾ ਭਲਾ, ਜਦੋਂ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹੈ, ਇਹ ਕਹਿੰਦਾ ਪਰਮਾਤਮਾ ਸਾਰੇ ਸੰਸਾਰ ਦਾ ਭਲਾ ਕਰੀ। ਤੇ ਜਿਹੜਾ ਸਾਧ ਸੰਗੀ ਫਿਰ ਇਹਦੇ ਨਾਲ ਹੀ ਮੱਥਾ ਲਾਏ ਨਾ, ਸਰਬੱਤ ਦੇ ਭਲਾ ਮੰਗਣ ਵਾਲੇ ਦੇ, ਸਮਝੋ ਉਹਦਾ ਆਪਣੇ ਕੀਰਤਨ ਸੋਲਾ ਪੜ੍ਹਨ ਦਾ ਟਾਈਮ ਆ ਗਿਆ। ਕਿਸੇ ਦਾ ਬੁਰਾ ਹੀ ਨਹੀਂ ਮੰਗਦਾ, ਕਦੇ ਅਰਦਾਸ ਕਰਦਾ ਤੇ ਸਾਰੇ ਸੰਸਾਰ, ਸਾਰੀ ਲੋਕਾਈ ਦਾ ਭਲਾ ਮੰਗਦਾ। ਕਹਿੰਦੇ ਸਿੱਖ ਕਿੱਥੇ, ਉਹ ਖਤਮ ਹੋ ਗਏ। ਇਹ ਤਾਂ ਬਰੂਪੀਏ ਨੇ, ਸਿੱਖ ਬਣੇ ਹੋਣ। ਭਾਈ ਬੋਤਾ ਸਿੰਘ ਨੇ ਸੁਣਿਆ, ਉਹ ਗਰਜਾ ਸਿਆ ਆਪਣੀ ਤਾਂ ਹੋਂਦ ਹੀ ਖਤਮ ਹੋ ਗਈ ਧਰਤੀ ਤੋਂ। ਬਾਹਰ ਨਿਕਲੇ, ਗੱਡਾ ਡੰਡਾ ਗੱਡ ਦਿੱਤਾ ਤੇ ਖੜ ਗਏ। ਜੇ ਗੱਡਾ ਆਇਆ, ਕਹਿੰਦੇ ਇੱਥੇ ਆਨਾ ਧਰੋ, ਤੁਹਾਨੂੰ ਪਤਾ ਨਹੀਂ ਖਾਲਸੇ ਦਾ ਰਾਜ ਹੋ ਗਿਆ। ਗੱਡੇ ਵਾਲਾ ਆਨਾ ਦੇ ਕੇ ਲੰਘ ਗਿਆ। ਟੈਕਸ ਤਾਂ ਅੰਗਰੇਜ਼ੀ 'ਚ ਕਹਿੰਦੇ ਨੇ। ਉਹ ਪਹਿਲਾਂ ਕਹਿੰਦੇ ਸੀ ਨਾ ਮਾਮਲਾ ਦੇ ਕੇ ਜਾਓ, ਚੁੰਗੀ ਦੇ ਕੇ ਜਾਓ, ਚੁੰਗੀ। ਹੁਣ ਟੈਕਸ ਕਹਿੰਦੇ, ਥੋੜੀ ਅੰਗਰੇਜ਼ੀ ਜ਼ਿਆਦਾ ਘੋਟਦੇ ਨਾ ਆਪਾਂ। ਚੁੰਗੀ ਦੇ ਕੇ ਜਾਓ, ਖਾਲਸੇ ਦਾ ਰਾਜ ਹੈ। ਉਹ ਆਨਾ ਦੇ ਕੇ ਗੱਡੇ ਵਾਲ ਲੰਘ ਗਏ। ਮਗਰ ਉਹ ਖੋਤੇ ਵਾਲਾ ਆ ਗਿਆ, ਕਹਿੰਦੇ ਪੈਸਾ ਰੱਖੇ ਤੇ ਫਿਰ ਲੰਘੀ, ਖਾਲਸੇ ਦਾ ਰਾਜ ਹੋ ਗਿਆ। 3 ਦਿਨ ਲੋਕੀ ਇਸ ਤਰ੍ਹਾਂ ਚੁੰਗੀ ਦੇ ਕੇ ਲੰਘਦੇ ਰਹੇ। 2 ਸਿੰਘਾਂ ਨੇ ਆਪਣੀ ਹੋਂਦ ਪ੍ਰਗਟ ਕਰ ਦਿੱਤੀ, 2 ਗਰਜਾ ਸਿੰਘ ਤੇ ਬੋਤਾ ਸਿੰਘ ਨੇ।
ਜਦੋਂ ਕਹਿੰਦੇ ਸੀ ਧਰਤੀ ਤੇ ਸਿੱਖ ਨਹੀਂ ਰਿਹਾ, ਗੱਡੇ ਭਰੇ ਸਿੱਖਾਂ ਦੇ ਸਿਰਾਂ ਦੇ ਦਿੱਲੀ ਨੂੰ ਜਾ ਰਹੇ ਸੀ। ਇਹ ਤਾਂ ਉਦੋਂ ਖਤਮ ਨਹੀਂ ਹੋਏ, ਹੁਣ ਕੌਣ ਖਤਮ ਕਰੇਗਾ? ਹੁਣ ਤਾਂ 176 ਦੇਸ਼ਾਂ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਲੱਗਿਆ ਹੋਇਆ। ਇੱਕ 176 ਦੇਸ਼ਾਂ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਲੱਗਿਆ ਹੋਇਆ। ਕੌਣ ਸਮਝ ਲਵੇ? ਜਿਹੜਾ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ, ਜੇ ਕੋਈ ਉਹਦਾ ਬੁਰਾ ਸੋਚਦਾ ਤਾਂ ਉਹਦਾ ਆਪਣਾ ਬੁਰਾ ਹੀ ਹੋਣ ਵਾਲਾ ਹੀ ਹੈ ਬਸ। ਇਹ ਤਾਂ ਸਾਰਿਆਂ ਨੂੰ ਲੰਗਰ ਛਕਾਉਂਦਾ, ਸਭ ਦੀ ਅਰਦਾਸ ਸਾਂਝੀ ਕਰਦਾ, ਕਦੇ ਬੁਰਾ ਮੰਗਦਾ ਹੀ ਨਹੀਂ ਕਿਸੇ ਦਾ। ਤੇ ਜੇ ਬੱਚਾ ਪਾਣੀ ਮੰਗੇ ਤੇ ਮਾਂ ਉਹਨੂੰ ਚਪੇੜਾ ਮਾਰੇ, ਦੱਸੋ ਮਾਂ ਦਾ ਕਸੂਰ ਹੈ ਕਿ ਬੱਚੇ ਦਾ ਹੈ? ਬੱਚੇ ਨੂੰ ਪਿਆਸ ਲੱਗੀ ਹੈ ਤੇ ਬੱਚਾ ਮਾਂ ਤੋਂ ਪਾਣੀ ਮੰਗਦਾ ਹੈ ਤੇ ਮਾਂ ਉਹਨੂੰ ਕੋਈ ਚਪੇੜਾ ਮਾਰੇ, ਕਸੂਰ ਕਿਹਦਾ ਹੈ? ਮਾਂ ਦਾ ਕਸੂਰ ਹੈ। ਜੇ ਕੋਈ ਆਪਣੇ ਹੱਕ ਦੀ ਗੱਲ ਵੀ ਕਰੇ, ਕਹਿੰਦੇ ਨਹੀਂ ਖਤਮ ਕਰਦਾ, ਕਰ ਦੋ ਫਿਰ। ਨਹੀਂ ਖਤਮ ਨਹੀਂ ਹੋਣਾ, ਤੁਸੀਂ ਆਪ ਹੀ ਹੋ ਜਾਣਾ। ਅਸੀਂ ਤਾਂ ਕਹਿੰਦੇ ਸਾਨੂੰ ਪਿਆਸ ਲੱਗੀ, ਪਾਣੀ ਦੇ ਦਿਓ, ਕਹਿੰਦੇ ਡੰਡੇ ਮਾਰਾਂਗੇ, ਮਾਰ ਲਓ ਭਾਈ। ਪਾਣੀ ਤਾਂ ਮੰਗਣਾ ਹੀ ਹੈ, ਜਿਹੜਾ ਪਿਆਸਾ ਬੰਦਾ ਉਹ ਤਾਂ ਮੰਗੇਗਾ। ਉਹ ਗਰਜਾ ਸਿੰਘ ਤੇ ਬੋਤਾ ਸਿੰਘ ਲਾ ਕੇ ਚੁੰਗੀ 3 ਦਿਨ ਪੈਸੇ ਇਕੱਠੇ ਕਰਦੇ ਰਹੇ। 3 ਦਿਨ ਉਹ ਕਹਿਣ ਲੱਗੇ ਗਰਜਾ ਸਿੰਘ, ਆਪਾਂ ਪੈਸੇ ਇਕੱਠੇ ਕਰਨ ਵਾਸਤੇ ਤਾਂ ਇੱਥੇ ਨਹੀਂ ਖੜੇ, ਇਹ ਤਾਂ ਜਿਹੜਾ ਆਉਂਦਾ ਅੰਨਾ ਦੇ ਕੇ ਪੈਸਾ ਦੇ ਕੇ ਚੁੱਪ ਕਰਕੇ ਲੰਘੀ ਜਾਂਦਾ। ਚਿੱਠੀ ਲਿਖ ਦਿੱਤੀ ਲਾਹੌਰ ਦੇ ਨਵਾਬ ਦੀ ਬੇਗਮ ਨੂੰ, ਉਹਨੂੰ ਚੜਾਉਣ ਵਾਸਤੇ ਭਾਬੋ ਲਿਖ ਦਿੱਤਾ ਜਾਣ ਕੇ। ਗਰਜਾ ਸਿੰਘ ਨੇ ਚਿੱਠੀ ਲਿਖੀ, ਬੋਤਾ ਸਿੰਘ ਨੇ ਚਿੱਠੀ ਲਿਖ ਦਿੱਤੀ ਵੀ ਤੇਰਾ ਦਿਓਰ ਬੋਤਾ ਸਿੰਘ ਇੱਥੇ ਰਾਹ 'ਚ ਖੜਾ ਹੈ, ਤੈਨੂੰ ਪਤਾ ਨਹੀਂ ਖਾਲਸੇ ਦਾ ਰਾਜ ਹੋ ਗਿਆ। ਚਿੱਠੀ ਪੜ੍ਹ ਕੇ ਬੇਗਮ ਕਹਿੰਦੀ ਕੌਣ ਹੈ? ਬੋਤਾ ਸਿੰਘ। ਤੇ ਮੈਨੂੰ ਭਾਬੋ ਲਿਖਿਆ ਹੋਇਆ, ਜਾਓ ਪਤਾ ਕਰੋ। 10 ਸਿਪਾਹੀ ਭੇਜੇ, 2 ਸਿੰਘਾਂ ਨਹੀਂ, ਭੋਗ ਪਤਾ 20 ਭੇਜੇ, 50 ਭੇਜੇ, 100 ਭੇਜੇ। ਉਹ ਕਹਿੰਦੇ ਕਿਉਂ ਪੁਲਿਸ ਮਰਵਾਈ ਜਾਂਦੇ ਹੋ? ਇਕੱਠੇ ਚੜਾ ਤੇ 500। ਜੰਗ ਹੋਇਆ ਗਰਜਾ ਸਿੰਘ ਤੇ ਬੋਤਾ ਸਿੰਘ ਦਾ। ਜੰਗ ਕਰਕੇ ਸ਼ਹੀਦੀਆਂ ਪਾ ਗਏ, ਪਰ ਖਾਲਸਾ ਆਪਣੀ ਹੋਂਦ ਪ੍ਰਗਟ ਕਰ ਗਿਆ ਧਰਤੀ ਤੇ। ਬੜੀ ਵਾਰੀ ਲੋਕਾਂ ਨੇ ਆਖਿਆ ਸਿੱਖ ਖਤਮ ਹੋ ਗਿਆ, ਹੁਣ ਨਹੀਂ ਸਿੱਖ ਧਰਤੀ ਤੇ ਰਿਹਾ। ਬੜੀਆਂ ਤਾਕਤਾਂ ਇਹਨੂੰ ਖਤਮ ਕਰ ਕਰਕੇ ਤੁਰ ਗਈਆਂ, ਆਪ ਹੀ ਖਤਮ ਹੋ ਗਈਆਂ, ਜਕਾਰੀ ਛੱਡੀ ਜਾਂਦੇ। ਖਾਲਸਾ ਕਾਲ ਪੁਰਖ ਕੀ ਫੌਜ। ਜੇ ਤਾਂ ਕਾਲ ਪੁਰਖ ਖਤਮ ਹੋ ਗਿਆ ਫਿਰ ਤਾਂ ਖਾਲਸਾ ਵੀ ਖਤਮ ਹੋ ਜਾਏਗਾ। ਤੇ ਜੇ ਕਾਲ ਪੁਰਖ ਨੂੰ ਖਤਮ ਨਹੀਂ ਕਰ ਸਕਦਾ ਕੋਈ, ਖਾਲਸੇ ਨੂੰ ਵੀ ਕੋਈ ਨਹੀਂ ਖਤਮ ਕਰ ਸਕਦਾ। ਇਹ ਕਿਸੇ ਬੰਦੇ ਦਾ ਖਾਲਸਾ ਨਹੀਂ ਹੈ, ਕਿਸੇ ਬੰਦੇ ਦੀ ਫੌਜ ਨਹੀਂ ਹੈ। ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਉਹਦੇ ਹੁਕਮ ਨਾਲ ਸਾਜਿਆ। ਕਲਗੀਧਰ ਪਾਤਸ਼ਾਹ ਨੂੰ ਕਾਲਪੁਰਖ ਕਹਿੰਦਾ ਤੇਰੇ ਤੋਂ ਇੱਕ ਸੇਵਾ ਲੈਣੀ ਹੈ, ਤੂੰ ਮਾਤ ਲੋਕ ਤੇ ਜਾ ਕੇ ਖਾਲਸਾ ਪੰਥ ਸਾਜਣਾ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਆਪਣੀ ਮਰਜ਼ੀ ਨਾਲ ਨਹੀਂ ਚਲਾਇਆ ਗਿਆ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਆ ਪਰਮ ਪਿਤਾ ਹੈ ਅਕਾਲ ਪੁਰਖ, ਜਿਹੜਾ ਹੀ ਮੈਨੂੰ ਸੇਵਾ ਸੌਂਪ ਰਿਹਾ ਤੂੰ, ਇਹ ਮੈਂ ਤਾਂ ਕਰ ਸਕਦਾ ਜੇ ਤੂੰ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੇਂਗਾ। ਫਿਰ ਮਹਾਰਾਜ ਕਹਿੰਦੇ ਅਸੀਂ ਬੜੀ ਅਧੀਨਗੀ ਨਾਲ ਬੇਨਤੀ ਕੀਤੀ, ਠਾਂਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਐ ਕਾਲ ਪੁਰਖ, ਇਹ ਖਾਲਸਾ ਪੰਥ ਦੀ ਸਾਜਨਾ ਮੈਂ ਤਾਂ ਕਰ ਸਕਦਾ ਜੇ ਤੂੰ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੋ। ਹੁਣ ਕਾਲ ਪੁਰਖ ਵੱਲ ਹੁਕਮ ਹੋ ਗਿਆ ਮਾਤਲੋਕ ਤੇ ਆਉਣ ਦਾ। ਇੱਧਰ ਮਾਤਲੋਕ ਤੇ ਵੀ ਤਿਆਰੀ ਹੋ ਰਹੀ ਹੈ। ਅਸੀਂ ਡਾਕਟਰ ਸਾਹਿਬ ਨੂੰ ਫੋਨ ਕਰਕੇ ਪੁੱਛਿਆ ਵੀ ਦੀਵਾਨ ਦਰਬਾਰ 'ਚ ਲੱਗੇਗਾ ਅੱਜ? ਉਧਰ ਮੌਸਮ ਕਾਫੀ ਖਰਾਬ ਸੀ ਹਰਿਆਣੇ 'ਚ, ਜਿੱਥੋਂ ਅਸੀਂ ਚੱਲੇ ਸੀ। ਕਹਿੰਦੇ ਨਹੀਂ ਜੀ ਇੱਥੇ ਤਾਂ ਮੌਸਮ ਠੀਕ ਹੈ। ਫਿਰ ਤਿਆਰੀ ਕੀਤੀ ਗਈ। ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਵਾਸਤੇ ਤਿਆਰੀ ਕੀਤੀ ਗਈ। ਸ਼ਾਹੀਮਾਨੇ ਲੱਗੇ, ਤਖਤ ਲੱਗਿਆ, ਸਟੇਜ ਲੱਗੀ, ਚੰਦੋਆ ਲੱਗਿਆ, ਫਿਰ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਉਧਰ ਕਾਲਪੁਰਖ ਦਾ ਹੁਕਮ ਹੋ ਗਿਆ ਮਾਤਲੋਕ ਤੇ ਆਉਣ ਦਾ, ਤੇ ਜਿੱਥੇ ਆਉਣਾ ਸੀ
ਅਕਾਲ ਪੁਰਖ ਦੇ ਪੁੱਤਰ ਨੇ, ਉੱਥੇ ਵੀ ਤਿਆਰੀ ਹੋ ਰਹੀ ਹੈ। ਮਾਤਾ ਵੀ ਤਿਆਰੀ ਕਰ ਰਹੀ ਹੈ ਬਹੁਤ ਸਮੇਂ ਤੋਂ। 34 ਸਾਲ ਹੋ ਗਏ ਸੀ ਮਾਤਾ ਗੁਜਰੀ ਜੀ ਦੀ ਸ਼ਾਦੀ ਨੂੰ। 34 ਸਾਲਾਂ ਬਾਅਦ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ। ਹੁਣ ਆਪਾਂ ਕਹਿੰਦੇ ਹਾਂ ਗੁਰੂ ਵੀ ਗ੍ਰਸਤੀ ਹੋਏ ਨੇ ਜੀ, ਸਿੱਖ ਵੀ ਗ੍ਰਸਤੀ ਹੋਏ ਨੇ, ਭਗਤ ਵੀ ਜੀ। ਹੁਣ ਸਾਡੇ ਕਿਸੇ ਬੱਚੇ ਦੇ ਵਿਆਹ ਨੂੰ 2 ਸਾਲ ਲੰਘ ਜਾਣ, ਘਰ ਦੇ ਗੱਲਾਂ ਹੀ ਹੋਣ ਲੱਗ ਪੈਂਦੇ ਨੇ। ਸਾਨੂੰ ਤਾਂ ਬੜੇ ਫੋਨ ਆਉਂਦੇ ਨੇ ਲੋਕਾਂ ਦੇ, ਅਜੇ 2 ਸਾਲ ਲੰਘੇ ਨੇ ਫੋਨ ਆਉਣ ਵੀ ਲੱਗ ਪਏ ਇਹਨਾਂ ਨੂੰ, ਤੇ ਰੀਸਾਂ ਕਰਦੇ ਗੁਰੂਆਂ ਦੀਆਂ। 34 ਸਾਲ ਗੁਜ਼ਰ ਗਏ ਮਾਤਾ ਗੁਜਰੀ ਦੀ ਸ਼ਾਦੀ ਹੋਇਆ ਨੂੰ। ਧੰਨ ਮਾਤਾ ਗੁਜਰੀ ਨੇ ਕਦੇ ਬੇਨਤੀ ਨਹੀਂ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵੀ ਕਦੋਂ ਸਮਾਂ ਆਏਗਾ। 34 ਸਾਲ ਮੁੱਦਤਾਂ ਗੁਜ਼ਰ ਗਈਆਂ। ਇੱਧਰ ਮਾਤਾ ਜੀ ਵੀ ਤਿਆਰੀ ਕਰ ਰਹੇ ਆ। ਜਿੱਥੇ ਕਲਗੀਧਰ ਪਾਤਸ਼ਾਹ ਨੇ ਆਉਣਾ ਹੈ ਨਾ, ਜਿਹੜੀ ਕੁੱਖ ਵਿੱਚ, ਇੱਥੇ ਵੀ ਤਿਆਰੀ ਹੋ ਗਈ। ਹੁਣ ਸੂਈ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਤੇ ਉਹ ਆਪਣੇ ਥਾਂ ਤੇ ਚਲੀ ਗਈ ਹੈ। ਆਪਾਂ ਨੂੰ ਤਾਂ ਐਂ ਲੱਗਿਆ ਨਾ ਹੁਣੀ ਦਵਾਉਣ ਸ਼ੁਰੂ ਹੋਇਆ, ਤੇ ਘੜੀ ਦੇਖਿਓ ਭਲਾ ਕਿੱਥੇ ਟਾਈਮ। ਚੰਗਾ ਕਰ ਲਓ ਭਾਵੇਂ ਮਾੜਾ ਕਰ ਲਓ, ਇਹਨੇ ਲਿਹਾਜ਼ ਨਹੀਂ ਕਰਨਾ ਆਪਣਾ, ਇਹ ਆਪਣੀ ਰਫਤਾਰ ਨਾਲ ਚੱਲ ਦੇਗਾ। ਪਰ ਜਿਹੜੇ ਪਰਮਾਤਮਾ ਦੀ ਯਾਦ ਵਿੱਚ ਗੁਜ਼ਰੇਗਾ ਉਹ ਲੇਖੇ ਲੱਗ ਜਾਏਗਾ। ਬਾਕੀ ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਜਿਹੜਾ ਸਮਾਂ ਮਨ ਦੇ ਨਾਲ ਅਟੈਚ ਹੈ, ਜਦੋਂ ਮਨ ਸ਼ਬਦ ਵਿੱਚ ਜੁੜ ਜਾਏ ਸਮੇਂ ਦਾ ਪਤਾ ਨਹੀਂ ਲੱਗਦਾ ਵੀ ਛੇਤੀ ਭੋਗ ਪਾ ਦੇਣ ਲੱਗਿਆ, ਪਤਾ ਟਾਈਮ ਹੀ ਹੋ ਗਿਆ। ਸਮੇਂ ਦੀ ਉਪਾਧੀ ਖਤਮ ਹੋ ਜਾਣੀ। ਸਮਾਧੀ ਕਿਹਨੂੰ ਕਹਿੰਦੇ ਨੇ? ਸਮੇਂ ਦੀ ਉਪਾਧੀ। ਪਤਾ ਨਹੀਂ ਲੱਗਿਆ ਜੀ ਕਦੋਂ 4:15 ਵੱਜ ਗਏ। ਸੁਖ ਦੁੱਖ ਇਸ ਮਨ ਕੀ ਬਿਰਥਾ ਹੈ। ਸਰੀਰ ਨੂੰ ਕੋਈ ਦੁੱਖ ਨਹੀਂ ਲੱਗਦਾ, ਨਾ ਸੁੱਖ ਲੱਗਦਾ। ਦੁੱਖ ਤੇ ਸੁੱਖ ਨੂੰ ਮਨ ਮਹਿਸੂਸ ਕਰਦਾ। ਜਦੋਂ ਮਨ ਨੂੰ ਤੁਸੀਂ ਬਾਣੀ ਨਾਲ, ਨਾਮ ਨਾਲ ਜੋੜ ਦਿਓਗੇ, ਫਿਰ ਦੁੱਖ ਤੇ ਸੁੱਖ ਦਾ ਭਾਵ ਹੋ ਜਾਏਗਾ। ਪਤਾ ਹੀ ਨਹੀਂ ਲੱਗਣਾ ਕਿੱਥੇ ਬੈਠੇ ਆ, ਕਿੰਨਾ ਟਾਈਮ ਹੋ ਗਿਆ। ਸੋ ਅੱਜ ਦੂਜਾ ਦੀਵਾਨ ਹੁਕਮਨਾਮਾ ਸਾਹਿਬ ਤੋਂ ਬਾਅਦ ਸਮਾਪਤ ਹੋ ਜਾਏਗਾ। ਬਾਕੀ 2 ਦੀਵਾਨ ਸੰਗਤ ਦੇ ਰਹਿ ਜਾਣਗੇ। ਇਸੇ ਤਰ੍ਹਾਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਪੂਰਾ ਲਾਹਾ ਲੈਣਾ ਹੈ। ਗੁਰੂ ਸਤੋਤਰ ਵਿੱਚ ਵੱਲੋਂ ਸਾਰੇ ਅਰਦਾਸ ਹੁਕਮਨਾਮਾ ਸਾਹਿਬ, ਜਿੰਨਾ ਚਿਰ ਸੱਚੇ ਪਾਤਸ਼ਾਹ ਦੇ ਸਰੂਪ ਪੰਡਾਲ ਚੋਂ ਗੁਰਦੁਆਰਾ ਸਾਹਿਬ ਵੱਲ ਰਵਾਨਾ ਨਹੀਂ ਹੁੰਦੇ, ਕਿਸੇ ਮਾਈ ਭਾਈ ਨੇ ਨਹੀਂ ਜਾਣਾ। ਸੱਚੇ ਪਾਤਸ਼ਾਹ ਦੇ ਸਰੂਪ ਜਾਣ ਤੋਂ ਬਾਅਦ ਫਿਰ ਸੰਗਤਾਂ ਨੇ ਪੰਗਤਾਂ 'ਚ ਬੈਠ ਕੇ ਲੰਗਰ ਛਕ ਕੇ ਬਾਣੀ ਪੜ੍ਹਦੇ ਜਾਣਾ ਹੈ ਤੇ ਬਾਣੀ ਪੜ੍ਹਦੇ ਆਉਣਾ। ਹੋਈਆਂ ਭੁੱਲਾਂ ਦੀ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਰਜਨ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਿ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ।
ਧਨ ਹੈ, ਗੁਰੂ ਤੇਗ ਬਹਾਦਰ ਸਾਹਿਬ ਧਨ ਹੈ। ਧਨ ਹੈ, ਧਨ ਹੈ, ਧਨ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ, ਧਨ ਹੈ, ਧਨ ਹੈ ਜੀ ਤੇਰਾ ਪੰਥ ਖਾਲਸਾ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਬੋਲ ਸਤਨਾਮ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਤੂੰ ਠਾਕੁਰ ਤੁਮ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਤੁਧ ਆਗੇ ਅਰਦਾਸ ਹਮਾਰੀ। ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨਉ ਨਿਦਿਆਵੈ ਧਾਈ। ਸਭ ਥਾਈ ਹੋਣਾ ਜੀ ਸਹਾਈ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ। ਸਤਿਗੁਰਾਂ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ।
ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਗੁਰ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਸਿੱਖਾਂ ਦਾ ਮਨ ਨੀਮਾ ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੈ ਕਰਨਾ ਨਿਧਾਨ, ਅੰਤਰਜਾਮੀ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀਆਂ ਦਾ ਕੁਟਾਨ ਕੋਟ ਧੰਨਵਾਦ, ਸ਼ੁਕਰ ਹੈ ਪਾਤਸ਼ਾਹ ਜੀਓ ਆਪ ਜੀਆਂ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ। ਉਸ ਤੋਂ ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਤੀਸਰੇ ਪਹਿਰ ਦੇ ਦੀਵਾਨ ਸਜਾਏ ਗਏ। ਇਸ ਦੇ ਦੀਵਾਨਾਂ ਵਿੱਚ ਕਥਾ ਕੀਰਤਨ ਪਵਿੱਤਰ ਗੁਰਬਾਣੀ ਦੁਆਰਾ ਵਿਚਾਰਾਂ ਹੋਈਆਂ। ਕਥਾ ਕੀਰਤਨ ਪਵਿੱਤਰ ਗੁਰਬਾਣੀ ਦੁਆਰਾ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ੰਦ ਪਿਤਾ ਹੋ, ਅਣਜਾਣ ਬੱਚੇ ਸਮਝ ਕੇ ਮਾਫ ਕਰਨਾ, ਅੱਗੇ ਤੋਂ ਸਮਤ ਬਖਸ਼ਣੀ। ਇਹਨਾਂ ਹੋਈਆਂ ਵਿਚਾਰਾਂ ਦਾ ਸਿਧਾਂਤ ਪੜ੍ਹੀ ਸੁਣੀ ਗੁਰਬਾਣੀ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਉਣੀ। ਪਾਤਸ਼ਾਹ ਜੀਓ ਇਹਨਾਂ ਹੋਈਆਂ ਵਿਚਾਰਾਂ ਦਾ ਸਿਧਾਂਤ ਪੜ੍ਹੀ ਸੁਣੀ ਗੁਰਬਾਣੀ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਉਣੀ। ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ, ਚੱਲਿਆ ਹੋਇਆ ਕਦਮ ਸਵਾਸ ਲੇਖੇ ਵਿੱਚ ਲਾਉਣੇ, ਹਾਜ਼ਰੀਆਂ ਆਪਣੇ ਚਰਨਾਂ ਕਮਲਾਂ ਵਿੱਚ ਪ੍ਰਵਾਨ ਕਰਨੀਆਂ। ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਣੀ, ਕਾਮ ਕ੍ਰੋਧ ਮੋਹ ਈਰਖਾ ਕੁਸੰਗਤ ਤੋਂ ਬਚਾ ਕੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ਣੀ। ਸੱਚੇ ਪਾਤਸ਼ਾਹ ਜੀਓ ਕਰੋ ਕਿਰਪਾ, ਪਵਿੱਤਰ ਹੁਕਮ ਬਖਸ਼ੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ। ਆਪ ਜੀਆਂ ਦੇ ਦਰ ਤੇ ਜੋ ਜੀ ਆਵੇ ਸਦਾ ਰਾਜੀ ਜਾਵੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਵਾਜ, ਜੈਸੀ ਭੂਖ ਤੈਸੀ ਕਾ ਪੂਰਕ,
ਸਗਲ ਘਟਾ ਕਾ ਸੁਆਮੀ। ਨਾਨਕ ਪਿਆਸ ਲਗੀ ਦਰਸ਼ਨ ਕੀ। ਪ੍ਰਭ ਮਿਲਿਆ ਅੰਤਰਜਾਮੀ। ਸੁਖ ਢਲ ਗੁਰ ਸੇਵੀਐ। ਐਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਜਣ ਸਚਾ ਪਾਤਸ਼ਾਹ। ਸਿਰ ਸਾਹੰਦ ਸਾਹੋ। ਜਿਸ ਪਾਸ ਬੈਠਿਆ ਸੋਹੀਐ। ਸਾਵਣਾ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰਿ। ਜਾ ਕੈ ਵਸ ਹੈ ਕੰਮ ਤਿਨਾ। ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ। ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰਿ। ਜਾ ਕੈ ਵਸ ਹੈ ਕਾਮ ਧਿਨਾ। ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ। ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤਨਾਮ। ਸਦਾ ਸਤਨਾਮ। ਹਾਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਣਾ। ਰਹਾਉ। ਜੈ ਹਰਿ ਸਿਮਰਨ ਭਇਆ ਤੈ ਉਪਾਦ ਗਾਤ ਗਿਨੀ। ਬੜ ਭਾਗੀ ਹਰ ਜਪਣਾ। ਜਨ ਨਾਨਕ ਕੋ ਗੁਰ ਏ ਮਤ ਦੀਨੀ। ਜਪ ਹਰ ਭਾਵ ਜਿਲ ਤਰਨਾ। ਜੈ ਹਰਿ ਸਿਮਰਨ ਭਇਆ ਤੈ ਉਪਾਤ ਗਤ ਕੀਨੀ। ਬੜ ਭਾਗੇ ਹਰ ਜਪਣਾ। ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਜਪ ਹਰ ਭਾਵ ਜਿਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰਿ। ਜਾ ਕੈ ਵਸ ਹੈ ਕਾਮ ਧਿਨਾ। ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ। ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਅਨੁਭਵ ਨਿਰੰਜਨੀ ਜੋਤ। ਜੁਗੋ ਜੁਗ ਟਲ